ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਜਿਹੜਾ ਹੁਣ ਦਾ ਟਾਈਮ ਆ ਨਾ, ਕਹਿੰਦੇ ਇਹਦੇ 'ਚ ਜਿਹੜੀਆਂ ਤੁਸੀਂ ਫੋਨ 'ਤੇ ਖਬਰਾਂ ਸੁਣਦੇ ਹੋ ਜਾਂ ਤੁਸੀਂ ਫੋਨਾਂ 'ਤੇ ਜਿਹੜੀਆਂ ਚੀਜ਼ਾਂ ਦੇਖਦੇ ਹੋ, ਕਹਿੰਦੇ ਵੀ ਉਹ ਤੁਹਾਡੇ ਮਨ 'ਚ ਨਾ ਉਹਨਾਂ ਨੇ ਕਾਲ ਨੂੰ ਬਹੁਤ ਜ਼ਿਆਦਾ ਲੈ ਆਂਦਾ। ਜਿਸ ਦਿਨ ਮੈਂ ਕੋਈ ਕਿਤਾਬ ਨਹੀਂ ਪੜ੍ਹਦੀ, ਮੈਨੂੰ ਐਂ ਲੱਗੂ ਵੀ ਅੱਜ ਮੈਂ ਕੁਛ ਵੀ ਚੰਗਾ ਨਹੀਂ ਕੀਤਾ ਹੈਗਾ ਨਾ। ਆਪਾਂ ਨੂੰ ਜਾਂ ਆਪਣੇ ਤੋਂ ਜਿਹੜੀ ਵੱਡੀ ਜਨਰੇਸ਼ਨ ਆ, ਇਕੱਲੇ ਅੱਜ ਦੀ ਪੀੜ੍ਹੀ ਨੂੰ ਨਹੀਂ, ਵੀ ਸਾਰੇ ਲੋਕਾਂ ਨੂੰ ਹੀ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਪੜ੍ਹਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਆ। ਤੁਸੀਂ ਸਭ ਤੋਂ ਪਹਿਲੀ ਚੀਜ਼ ਇਹ ਸਿੱਖ ਲੈਂਦੇ ਹੋ ਕਿ ਤੁਸੀਂ ਕਿਸੇ ਟਾਈਮ ਵੀ ਮਤਲਬ ਕਿਸੇ ਦੇ ਵੀ ਸਵਾਲ ਦਾ ਤੇ ਕਿਸੇ ਦੀ ਨਿੰਦਿਆ ਦਾ ਜਵਾਬ ਦੇਣ ਲਈ ਵਿਹਲੇ ਨਹੀਂ ਹੋਣੇ ਚਾਹੀਦੇ। ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਜੇ ਤੁਸੀਂ ਇੱਕ ਚੰਗੀ ਆਦਤ ਵੀ ਸ਼ਾਮਿਲ ਕਰਨੀ ਆ ਤਾਂ ਮੈਨੂੰ ਲੱਗਦਾ ਪੜ੍ਹਨ ਦੀ ਆਦਤ ਹੋ ਸਕਦੀ ਆ। ਤੁਹਾਨੂੰ ਲੱਗਦਾ ਤੁਹਾਨੂੰ ਨੈਗੇਟਿਵਿਟੀ ਮਿਲ ਰਹੀ ਆ, ਤੁਸੀਂ ਉੱਥੋਂ ਸਾਈਡ 'ਤੇ ਹੋ ਜਾਓ। ਤੇ ਇਹ ਚੀਜ਼ ਮੈਨੂੰ ਸੱਚੀ ਕਿਤਾਬਾਂ ਨੇ ਦਿੱਤੀ ਆ। ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਘਰੇ, ਹੈ ਨਾ। ਕਹਿੰਦੇ ਮਤਲਬ ਪੂਰੇ ਘਰ ਦਾ ਔਰਾ ਹੀ ਬਦਲ ਜਾਂਦਾ ਹੈ ਨਾ। ਕੋਈ ਵੀ ਕਿਤਾਬ ਜਦੋਂ ਮੈਂ ਪੜ੍ਹਦੀ ਹਾਂ ਮੈਨੂੰ ਐਂ ਲੱਗਦਾ ਵੀ ਮੇਰੀ ਪਰਸਨੈਲਿਟੀ 'ਚ ਕੁਛ ਪਲੱਸ ਹੋਇਆ। ਸੱਚੀ ਤੁਹਾਨੂੰ ਇਹੋ ਜਿਹੇ ਸ਼ਬਦ ਜਿਹੜੀ ਅੱਜ ਦੀ ਬੋਲਚਾਲ 'ਚ ਤੁਸੀਂ ਨਹੀਂ ਸੁਣ ਰਹੇ, ਉਹਨਾਂ ਨਾਲ ਜਿਹੜੇ ਪੁਰਾਣੇ ਤੋਂ ਪੁਰਾਣੇ ਬਜ਼ੁਰਗ ਵੀ ਬੋਲਦੇ ਸੀ, ਤੁਸੀਂ ਕਿਤਾਬਾਂ ਦੇ ਜ਼ਰੀਏ ਜੁੜਦੇ ਹੋ। ਜਿਵੇਂ ਜੰਗ ਬਹਾਦਰ ਗੋਇਲ ਹੋਰਾਂ ਨੂੰ ਮਨਜੀਤ ਭਾਜੀ ਨੇ ਇੰਟਰਵਿਊ ਕੀਤੇ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਿਤਾਬਾਂ ਤੋਂ ਬਿਨਾਂ ਘਰ ਆਏ ਹੁੰਦਾ ਵੀ ਜਿਵੇਂ ਘਰ ਦੇ ਦਰਵਾਜ਼ੇ ਜਾਂ ਮੋਰੀਆਂ ਨਹੀਂ ਹੁੰਦੇ, ਹੈ ਨਾ। ਤਾਂ ਕਿਤਾਬ ਪੜ੍ਹ ਕੇ ਇਹ ਵੀ ਚੀਜ਼ ਸਾਨੂੰ ਵਿਚਾਰਨੀ ਚਾਹੀਦੀ ਹੈ ਵੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕੀ ਸਿੱਖਿਆ। ਅਤੇ ਜਦੋਂ ਮੈਂ ਕਾਲਜ 'ਚ ਜਾ ਕੇ ਦੁਬਾਰਾ ਉਸ ਕਿਤਾਬ ਨੂੰ ਪੜ੍ਹਿਆ, ਮਤਲਬ ਨਾਵਲ ਸੀਗਾ ਉਹਨਾਂ ਦਾ, ਤਾਂ ਮੈਨੂੰ ਲੱਗਿਆ ਸੀ ਕਿ ਇਹ ਜਿਉਂਦੇ ਜਾਗਦੇ ਕਰੈਕਟਰ ਹੋਣਗੇ। ਅਤੇ ਮੈਂ ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਆਈ ਅਤੇ ਮੈਂ ਉੱਥੇ ਸਭ ਨੂੰ ਪੁੱਛਿਆ ਵੀ ਇੱਥੇ ਕੋਈ ਰਿਸ਼ਪਾਲ ਨਾਂ ਦੀ ਕੁੜੀ ਹੈਗੀ ਆ, ਹੈ ਨਾ। ਉਹਨਾਂ ਦੇ ਇੱਕ ਪਾਠਕ ਸੀ, ਕਹਿੰਦੇ ਵੀ ਜਦੋਂ ਉਹ ਜਗਬਾਣੀ 'ਚ ਛਪਦੀ ਹੁੰਦੀ ਸੀ ਤਾਂ ਔਰਤਾਂ ਰੋਂਦੀਆਂ ਹੁੰਦੀਆਂ ਸੀਗੀਆਂ ਉਹਨੂੰ ਪੜ੍ਹ ਕੇ, ਹੈ ਨਾ। ਅਤੇ ਜ਼ਰੂਰੀ ਨਹੀਂ ਵੀ ਕਿਤਾਬਾਂ ਸਿਆਣੇ ਹੋਣ ਲਈ ਵੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ। ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਹੋਰ ਬੜੀਆਂ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਹੁੰਦੀ ਆ ਜੇ ਤੁਸੀਂ ਬੈਠ ਕੇ ਕੋਈ ਕਿਤਾਬ ਪੜ੍ਹਦੇ ਹੋ। ਕੋਈ ਗੱਲ ਤੁਹਾਡੇ ਦਿਮਾਗ 'ਚ ਹੁੰਦੀ ਆ ਪਰ ਤੁਸੀਂ ਉਹਨੂੰ ਓਨੀ ਖੂਬਸੂਰਤੀ ਦੇ ਨਾਲ ਕਹਿ ਨਹੀਂ ਪਾਉਂਦੇ, ਬਿਆਨ ਨਹੀਂ ਕਰ ਪਾਉਂਦੇ। ਕਿਤਾਬਾਂ ਤੁਹਾਨੂੰ ਉਹ ਵੀ ਚੀਜ਼ ਦਿੰਦੀਆਂ ਨੇ ਵੀ ਤੁਸੀਂ ਆਪਣੀ ਗੱਲ ਨੂੰ ਵਧੀਆ ਢੰਗ ਨਾਲ ਕਿਵੇਂ ਪੇਸ਼ ਕਰ ਸਕਦੇ ਹੋ। ਕਿੰਨੀਆਂ ਗੱਲਾਂ ਤੁਸੀਂ ਉਹਨਾਂ ਬਾਰੇ ਸੁਣੀਆਂ ਹੋਣਗੀਆਂ, ਪਰ ਜਦੋਂ ਤੁਸੀਂ ਉਸ ਕਿਤਾਬ ਨੂੰ ਪੜ੍ਹਦੇ ਹੋ, ਉਹਨਾਂ ਦਾ ਇੱਕ ਦ੍ਰਿਸ਼ ਆ ਜਿਹਦੇ 'ਚੋਂ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਨਾ, ਮਤਲਬ ਤੁਹਾਡੇ ਸੱਚੀ ਲੂੰ ਕੰਡੇ ਖੜੇ ਹੁੰਦੇ ਆ। ਮੈਨੂੰ ਲੱਗਦਾ ਕਿ ਸਭ ਤੋਂ ਸੋਹਣਾ ਜ਼ਰੀਆ ਕਿਸੇ ਨੂੰ ਕਿਤੋਂ ਸੁਣਨ ਨਾਲੋਂ, ਕਿਤੋਂ ਦੇਖਣ ਨਾਲੋਂ, ਕਿ ਜਦੋਂ ਤੁਸੀਂ ਕਿਤਾਬ ਪੜ੍ਹ ਰਹੇ ਹੋ ਅਤੇ ਜੋ ਤੁਸੀਂ ਮਹਿਸੂਸ ਕਰਦੇ ਹੋ ਸਿਰਫ ਤੁਸੀਂ ਕਰ ਸਕਦੇ। ਜਦੋਂ ਤੁਸੀਂ ਕੋਈ ਲਿਖੀ ਹੋਈ ਚੀਜ਼ ਪੜ੍ਹਦੇ ਹੋ ਤਾਂ ਤੁਹਾਡੇ ਦਿਮਾਗ 'ਚ ਦ੍ਰਿਸ਼ ਉੱਕਰੇ ਆਉਂਦੇ ਨੇਗੇ, ਹੈ ਨਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਤੇ ਗੱਲ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਹੈ ਅਤੇ ਇਸ ਲਈ ਨਹੀਂ ਕਿ ਮੈਂ ਲਿਖਣ ਕਰਕੇ ਕਿਤਾਬਾਂ ਪੜ੍ਹਦੀ ਹਾਂ, ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜੋ ਚੀਜ਼ਾਂ ਤੁਹਾਨੂੰ ਕਿਤਾਬਾਂ ਸਿਖਾਉਂਦੀਆਂ ਨੇ, ਬਹੁਤ ਸਾਰੇ ਅਲੱਗ-ਅਲੱਗ ਲੋਕਾਂ ਦੇ ਤਜਰਬੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਦੀ ਸਮਝ ਆ ਜਿਹੜੀ ਉਹ ਬਹੁਤ ਨੇੜਿਓਂ ਆਉਣ ਲੱਗਦੀ ਹੈ। ਪਰ ਕਿਤਾਬਾਂ ਲਿਖਣ ਵਾਲੇ ਲੋਕਾਂ ਬਾਰੇ ਅਕਸਰ ਲੋਕ ਗੱਲ ਕਰਦੇ ਹੁੰਦੇ ਆ ਕਿ ਇਹਨਾਂ ਕੋਲ ਇੱਕ ਹੁਨਰ ਹੁੰਦਾ ਦੂਜਿਆਂ ਨੂੰ ਭੁਲੇਖੇ 'ਚ ਰੱਖਣ ਦਾ ਅਤੇ ਆਪਣੇ ਆਪ ਨੂੰ ਉੱਚਾ ਦਿਖਾਉਣ ਦਾ। ਪਰ ਮੈਂ ਹਮੇਸ਼ਾ ਇਹ ਸੋਚਦੀ ਹੁੰਦੀ ਹਾਂ ਕਿ ਜਦੋਂ ਵੀ ਕਿਸੇ ਕਿਤਾਬ ਨੂੰ ਪੜ੍ਹਿਆ ਜਾਵੇ ਤਾਂ ਇਹ ਨਾ ਸਮਝਿਆ ਜਾਵੇ ਕਿ ਉਹਨੂੰ ਲਿਖਣ ਵਾਲਾ ਕੋਈ ਇਨਸਾਨ ਧਰਮਾਤਮਾ ਹੋਏਗਾ। ਉਹ ਬਿਲਕੁਲ ਸਾਡੇ ਵਰਗਾ ਇਨਸਾਨ ਹੁੰਦਾ। ਡਾਕਟਰ ਦਲੀਪ ਕੌਰ ਟਿਵਾਣਾ ਇੱਕ ਕਿਤਾਬ 'ਚ ਲਿਖਦੇ ਨੇ ਕਿ ਉਹਨਾਂ ਦੇ ਮਾਤਾ ਜੀ ਜਦੋਂ ਵੀ ਕਿਸੇ ਸਾਧੂ ਨੂੰ ਮਿਲਦੇ ਹੁੰਦੇ ਸੀ ਤਾਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਹੁੰਦੇ ਸੀ। ਅਤੇ ਜਦੋਂ ਉਹਨਾਂ ਨੇ ਆਪਣੇ ਮੰਮੀ ਨੂੰ ਇਸ ਚੀਜ਼ ਦਾ ਸਵਾਲ ਕੀਤਾ ਕਿ ਤੁਸੀਂ ਹਰੇਕ ਮਿਲਣ ਵਾਲੇ ਸਾਧੂ ਨੂੰ ਪੈਰੀਂ ਹੱਥ ਕਿਉਂ ਲਾਉਂਦੇ ਹੋ, ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਸਾਧੂ ਨੂੰ ਨਹੀਂ, ਉਹਦੇ ਸਾਧੂਪਣ ਨੂੰ ਮਤਲਬ ਹਮੇਸ਼ਾ ਸਤਿਕਾਰ ਨਾਲ ਮੱਥਾ ਟੇਕਦੀ ਹਾਂ। ਤਾਂ ਇਹੀ ਚੀਜ਼ ਹੋਣੀ ਚਾਹੀਦੀ ਹੈ ਕਿ ਜਦੋਂ ਕਿਤਾਬ ਪੜ੍ਹਦੇ ਹੋ ਤਾਂ ਉਹਨੂੰ ਲਿਖਣ ਵਾਲੇ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਉਸ ਕਿਤਾਬ 'ਚੋਂ ਜੋ ਚੰਗਾ ਲੈ ਸਕਦੇ ਹੋ ਉਹ ਤੁਹਾਨੂੰ ਹਮੇਸ਼ਾ ਅਪਣਾਉਣਾ ਚਾਹੀਦਾ। ਅਤੇ ਕਿਤਾਬਾਂ ਤੁਹਾਨੂੰ ਧੀਰਜ ਦੇ ਨਾਲ ਨਾਲ ਬਹੁਤ ਕੁਛ ਆ ਜਿਹੜਾ ਵੱਖਰਾ ਦਿੰਦੀਆਂ ਨੇ। ਕਿਤਾਬਾਂ ਪੜ੍ਹਨੀਆਂ ਕਿਉਂ ਜ਼ਰੂਰੀ ਨੇ ਜਾਂ ਕਿੰਨਾ ਕੁ ਸ਼ੌਂਕ ਆ ਜਿਹੜਾ ਸਾਨੂੰ ਕਿਤਾਬਾਂ ਦਾ ਹੋਣਾ ਚਾਹੀਦਾ, ਮੇਰੇ ਵਰਗਾ ਹੋਣਾ ਚਾਹੀਦਾ ਜਾਂ ਫਿਰ ਬਿਲਕੁਲ ਉਹਨਾਂ ਲੋਕਾਂ ਵਰਗਾ ਕਿ ਜਿਨ੍ਹਾਂ ਨੂੰ ਲੱਗਦਾ ਕਿ ਸਿਲੇਬਸ ਤੋਂ ਇਲਾਵਾ ਕੋਈ ਕਿਤਾਬ ਪੜ੍ਹਨਾ ਉਹਨਾਂ ਦੇ ਵੱਸ ਦੀ ਗੱਲ ਨਹੀਂ। ਅੱਜ ਆਪਾਂ ਕਿਤਾਬਾਂ 'ਤੇ ਹੀ ਗੱਲਾਂ ਕਰਾਂਗੇ ਕਿ ਕਿਹੜੀਆਂ ਚੰਗੀਆਂ ਕਿਤਾਬਾਂ ਨੇ ਜਿਹੜੀਆਂ ਹੁਣ ਛਪੀਆਂ ਨੇ, ਕੌਣ ਚੰਗੇ ਲਿਖਣ ਵਾਲੇ ਨੇ, ਕਿੰਨਾਂ ਤੋਂ ਅਸੀਂ ਕੀ ਸਿੱਖਦੇ ਹਾਂ। ਪਰ ਇਸ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਗੁਰਦੀਪ ਦਾ ਸਵਾਗਤ ਕਰਦੇ ਹਾਂ।
ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ? ਵਧੀਆ। ਅੱਜ ਮੇਰੇ ਨਾਲ ਬਹੁਤ ਪਸੰਦ ਦਾ ਸਬਜੈਕਟ ਆ, ਇਸ ਲਈ ਮੈਨੂੰ ਬੜਾ ਚਾਅ ਸੀ, ਮੈਨੂੰ ਸਮਝ ਵੀ ਨਹੀਂ ਸੀ ਆ ਰਹੀ ਮੈਂ ਕੀ ਕਹਾਂ, ਹੈ ਨਾ। ਇਹ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਜ਼ਿਆਦਾਤਰ ਗੱਲ ਤੇ ਗੱਲ ਦੇ ਵਿੱਚ ਜਿਹੜੇ ਵਿਸ਼ੇ ਆਪਾਂ ਵੀ ਚੁਣਦੇ ਹਾਂ, ਜਾਂ ਫਿਰ ਜਿਹੜੇ ਵਿਸ਼ੇ ਆਪਾਂ ਨੂੰ ਦਰਸ਼ਕਾਂ ਵੱਲੋਂ ਵੀ ਸੁਝਾਏ ਜਾਂਦੇ ਨੇ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋ, ਉਹ ਤਕਰੀਬਨ ਆਪਣੇ 90% ਘਰੇਲੂ ਮਸਲਿਆਂ ਦੇ ਉੱਪਰ ਹੀ ਹੁੰਦੇ ਨੇਗੇ, ਹੈ ਨਾ, ਜਾਂ ਆਪਣੀ ਘਰੇਲੂ ਜ਼ਿੰਦਗੀ ਦੇ ਉੱਪਰ ਹੁੰਦੇ ਨੇਗੇ। ਮੈਨੂੰ ਲੱਗਦਾ ਕਿ ਆਪਾਂ ਵੀ ਪਹਿਲੀ ਵਾਰ ਕਿਸੇ ਅਲੱਗ ਟੌਪਿਕ ਤੇ ਗੱਲ ਕਰ ਰਹੇ ਹਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ, ਹੈ ਨਾ। ਤੇ ਥੋੜੇ ਦਿਨ ਪਹਿਲਾਂ ਨਾ ਮੈਂ ਇਹ ਵੀ ਸੋਚਦੀ ਸੀਗੀ, ਜਿਵੇਂ ਅਸੀਂ ਪਿੰਡ ਗਏ ਸੀਗੇ ਤਾਂ ਉੱਥੇ ਮੈਂ ਦੇਖਦੀ ਹੁੰਦੀ ਹਾਂ ਵੀ ਔਰਤਾਂ ਕੋਲੇ ਗੱਲ ਕਰਨ ਲਈ ਕੀ ਚੀਜ਼ਾਂ ਹੁੰਦੀਆਂ ਨੇ, ਕਿਹੜੀਆਂ ਚੀਜ਼ਾਂ ਤੇ ਉਹ ਗੱਲ ਕਰਦੀਆਂ ਨੇ, ਹੈ ਨਾ। ਤਾਂ ਮੈਕਸੀਮਮ ਉਹ ਜਾਂ ਤਾਂ ਆਪਦੇ ਘਰ ਦੇ ਕੰਮਾਂ ਨੂੰ ਡਿਸਕਸ ਕਰਦੀਆਂ ਨੇਗੀਆਂ, ਜਾਂ ਫਿਰ ਉਹ ਰਿਸ਼ਤੇਦਾਰਾਂ ਨੂੰ ਡਿਸਕਸ ਕਰਦੀਆਂ ਨੇ, ਹੈ ਨਾ। ਉੱਥੇ ਮੈਨੂੰ ਲੱਗਿਆ ਕਿ ਤਾਂ ਮਤਲਬ ਜਦੋਂ ਗੱਲ ਕਰਕੇ ਉੱਠਦੇ ਵੀ ਨੇ ਤਾਂ ਉਹ ਮਤਲਬ ਉਸ ਤੋਂ ਬਾਅਦ ਕੁਝ ਵੀ ਸਾਰਥਿਕ ਲੈ ਕੇ ਨਹੀਂ ਉਹ ਉੱਠਦੇ ਹੈਗੇ, ਜਾਂ ਕੋਈ ਇੱਦਾਂ ਦੀ ਗੱਲ ਆਪਦੇ ਨਾਲ ਲੈ ਕੇ ਨਹੀਂ ਉੱਠਦੇ ਜਿੱਥੇ ਤੋਂ ਉਹਨਾਂ ਨੂੰ ਲੱਗੇ ਵੀ ਉਹਨਾਂ ਨੇ ਵੀ ਅੱਜ ਦੇ ਦਿਨ 'ਚ ਕੁਝ ਵਧੀਆ ਕੀਤਾ ਜਾਂ ਕੁਝ ਅਲੱਗ ਕੀਤਾ, ਹੈ ਨਾ। ਜਾਂ ਕਹਿ ਲਓ ਵੀ ਮੇਰੀ ਸੋਚ ਇੱਦਾਂ ਦੀ ਆ, ਹੈ ਨਾ, ਵੀ ਜਦੋਂ ਵੀ ਕੋਈ ਵੀ ਗੱਲ ਕਰੋ, ਹੈ ਨਾ, ਪ੍ਰੋਡਕਟਿਵ ਗੱਲ ਹੋਣੀ ਚਾਹੀਦੀ ਹੈ ਹਮੇਸ਼ਾ। ਇਹ ਨਹੀਂ ਵੀ ਬਹੁਤ ਹੀ ਸਿਆਣੀ ਹੋਣੀ ਚਾਹੀਦੀ ਆ। ਮੇਰੇ ਕਹਿਣ ਦਾ ਮਤਲਬ ਵੀ ਜੋ ਤੁਹਾਡੀ ਰੂਹ ਦੇ ਵਿੱਚ ਕੁਛ ਨਾ ਕੁਛ ਇਜ਼ਾਫਾ ਕਰੇ, ਹੈ ਨਾ, ਵੀ ਤੁਹਾਡੀ ਪਰਸਨੈਲਿਟੀ 'ਚ ਕੁਛ ਤੁਹਾਨੂੰ ਲੱਗੇ ਵੀ ਮੈਂ ਕੁਛ ਨਵਾਂ ਸਿੱਖਿਆ ਜਾਂ ਮੈਨੂੰ ਕੁਛ ਨਵੀਂ ਚੀਜ਼ ਪਤਾ ਲੱਗੀ। ਜੇ ਕੁਛ ਵੀ ਨਾ ਸਹੀ ਤਾਂ ਗੱਲਬਾਤ ਇੱਦਾਂ ਦੀ ਹੋਣੀ ਚਾਹੀਦੀ ਹੈ ਵੀ ਤੁਹਾਡੀ ਰੂਹ ਜਾਂ ਤੁਹਾਡਾ ਸਰੀਰ ਥੋੜ੍ਹਾ ਬਹੁਤਾ ਮਨ ਤੁਹਾਡਾ ਹਲਕਾ ਮਹਿਸੂਸ ਕਰਨਾ ਚਾਹੀਦਾ ਵਾ, ਹੈ ਨਾ। ਅਤੇ ਮੈਨੂੰ ਲੱਗਿਆ ਸੀਗਾ ਵੀ ਇਹ ਜਿਹੜੀਆਂ ਔਰਤਾਂ ਨੇਗੀਆਂ ਤਾਂ ਇਹਨਾਂ ਕੋਲੇ ਸ਼ਾਇਦ ਘਰ ਦੇ ਕੰਮ ਤੋਂ ਇਲਾਵਾ ਹੋਰ ਕੋਈ ਵੀ ਆਦਤ ਇਹਨਾਂ ਨੂੰ ਨਹੀਂ ਹੈਗੀ। ਅਤੇ ਮੈਨੂੰ ਲੱਗਿਆ ਸੀਗਾ ਕਿ ਇੱਕ ਹਰ ਪਿੰਡ ਦੇ ਵਿੱਚ ਵੀ ਹਰ ਇੱਕ ਇਨਸਾਨ ਨੂੰ ਕਿਤਾਬ ਪੜ੍ਹਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਹੈ, ਭਾਵੇਂ ਉਹ ਕਿਤਾਬ ਹੋਵੇ, ਭਾਵੇਂ ਉਹ ਡੇਲੀ ਦਾ ਅਖਬਾਰ ਹੋਵੇ, ਹੈ ਨਾ। ਹੁਣ ਅੱਜ ਕੱਲ੍ਹ ਮਤਲਬ ਖਬਰਾਂ ਵੀ ਅਸੀਂ ਉਹੀ ਜਿਵੇਂ ਹੁਣ ਆਪਣੇ ਘਰਾਂ 'ਚ ਵੀ ਸਾਰਿਆਂ ਕੋਲੇ ਮੋਬਾਈਲ ਹੁੰਦੇ ਨੇ ਨਾ, ਤਾਂ ਅਸੀਂ ਚੀਜ਼ਾਂ ਮੋਬਾਈਲ ਤੋਂ ਹੀ ਦੇਖ ਕੇ ਡਿਸਕਸ ਕਰੀ ਜਾਂਦੇ ਹਾਂ। ਜਾਂ ਕਈ ਵਾਰ ਸਾਡੇ ਮੰਮੀ ਆ ਕੇ ਪੁੱਛਣਗੇ ਵੀ ਫਲਾਣੀ ਤਾਂ ਆਏ ਹੋ ਗਏ ਸੀਗੇ, ਵੀ ਨਹੀਂ ਮੰਮੀ ਇੱਦਾਂ ਤਾਂ ਨਹੀਂ ਹੋਇਆ ਹੈਗਾ, ਅੱਛਾ ਉਹ ਤਾਂ ਫਿਰ ਪਾਰਕ 'ਚ ਗੱਲਾਂ ਕਰਦੇ ਸੀਗੇ ਇੱਦਾਂ ਅੱਜ, ਹੈ ਨਾ, ਤਾਂ ਕਰਕੇ। ਅਤੇ ਉੱਥੋਂ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਵੀ ਆਪਾਂ ਨੂੰ ਜਾਂ ਆਪਣੇ ਤੋਂ ਜਿਹੜੀ ਵੱਡੀ ਜਨਰੇਸ਼ਨ ਆ, ਇਕੱਲੇ ਅੱਜ ਦੀ ਪੀੜ੍ਹੀ ਨੂੰ ਨਹੀਂ, ਵੀ ਸਾਰੇ ਲੋਕਾਂ ਨੂੰ ਹੀ ਮੈਨੂੰ ਲੱਗਦਾ ਕਿ ਸਾਨੂੰ ਥੋੜ੍ਹਾ ਪੜ੍ਹਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਆ। ਮੈਂ ਜਿਵੇਂ ਪੂਰਾ ਅਖਬਾਰ ਨਹੀਂ ਪੜ੍ਹਦੀ ਹੁੰਦੀ, ਹੈ ਨਾ, ਮੈਂ ਜਦੋਂ ਪੜ੍ਹਦੀ ਹਾਂ ਤਾਂ ਮੈਂ ਉਹਦੀ ਸੰਪਾਦਕੀ ਪੜ੍ਹਦੀ ਹਾਂ, ਜਾਂ ਜਿਹੜਾ ਐਡੀਟੋਰੀਅਲ ਪੇਜ ਪੂਰਾ ਹੁੰਦਾ ਜਿਹਤੇ ਆਰਟੀਕਲ ਫੀਚਰ ਸਾਰੇ ਆਏ ਹੁੰਦੇ ਨੇ ਨਾ, ਉਹ ਮੈਂ ਪੇਜ ਜ਼ਰੂਰ ਪੜ੍ਹ ਲੈਂਦੀ ਹੁੰਦੀ ਹਾਂ ਨਾ, ਪੂਰਾ ਅਖਬਾਰ ਨਾ ਪੜ੍ਹਨ ਦੇ ਨਾਲੋਂ। ਅਤੇ ਮੈਨੂੰ ਲੱਗਦਾ ਕਿ ਤੁਹਾਡੀ ਜ਼ਿੰਦਗੀ 'ਚ ਜੇ ਤੁਸੀਂ ਇੱਕ ਚੰਗੀ ਆਦਤ ਵੀ ਸ਼ਾਮਿਲ ਕਰਨੀ ਆ ਤਾਂ ਉਹ ਮੈਨੂੰ ਲੱਗਦਾ ਪੜ੍ਹਨ ਦੀ ਆਦਤ ਹੋ ਸਕਦੀ ਆ, ਹੈ ਨਾ। ਜਿਹੜੀ ਜਦੋਂ ਤੁਹਾਡੇ ਕੋਲ ਵਿਹਲਾ ਸਮਾਂ, ਤੁਹਾਡੇ ਕੋਲ ਕੁਛ ਵੀ ਨਹੀਂ ਹੈਗਾ ਕਰਨ ਨੂੰ, ਮੈਨੂੰ ਐਂ ਲੱਗਦਾ ਹੁੰਦਾ ਵੀ ਕਿਤਾਬ ਪੜ੍ਹ ਕੇ ਵੀ ਜਿਵੇਂ ਆਪਾਂ ਨੇ ਕਹਿੰਦੇ ਹੁੰਦੇ ਵੀ ਤੁਹਾਨੂੰ ਕੁਛ ਹੋਰ ਨਵਾਂ ਪਤਾ ਲੱਗ ਗਿਆ। ਕੋਈ ਵੀ ਕਿਤਾਬ ਜਦੋਂ ਮੈਂ ਪੜ੍ਹਦੀ ਹਾਂ ਮੈਨੂੰ ਐਂ ਲੱਗਦਾ ਵੀ ਮੇਰੀ ਪਰਸਨੈਲਿਟੀ 'ਚ ਕੁਛ ਪਲੱਸ ਹੋਇਆ ਜਾਂ ਮੇਰੀ ਸਮਝ 'ਚ ਕੁਛ ਪਲੱਸ ਹੋ ਗਿਆ, ਹੈ ਨਾ। ਤਾਂ ਮੈਨੂੰ ਲੱਗਦਾ ਵੀ ਪੜ੍ਹਨਾ ਤਾਂ ਜ਼ਰੂਰ ਚਾਹੀਦਾ, ਉਹ ਭਾਵੇਂ ਤੁਸੀਂ ਕਿਤਾਬ ਪੜ੍ਹੋ, ਅਖਬਾਰ ਪੜ੍ਹੋ, ਇਹ ਆਦਤ ਹੋਣੀ ਚਾਹੀਦੀ ਹੈ। ਗੁਰਦੀਪ, ਮੈਂ ਨਾ ਕੁਛ ਕੁ ਦਿਨ ਪਹਿਲਾਂ ਜਦੋਂ ਗੁਲਜ਼ਾਰ ਸੰਧੂ ਸਰ ਨੂੰ ਮਿਲੀ ਸੀ, ਮੈਂ ਤੁਹਾਨੂੰ ਦੱਸਿਆ ਵੀ ਸੀ ਅੱਜ ਸਵੇਰੇ, ਹੈ ਨਾ, ਤਾਂ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਵੈਸੇ ਹੀ ਪੁੱਛਣ ਲੱਗ ਗਈ ਕਿ ਕਿੰਨਾ ਕੁ ਸਮਾਂ ਪੜ੍ਹਨਾ ਚਾਹੀਦਾ, ਕਿਤਾਬ ਕਿੰਨਾ ਟਾਈਮ। ਉਹ ਕਹਿੰਦੇ ਵੀ ਜਿਹੜਾ ਹੁਣ ਦਾ ਟਾਈਮ ਆ ਨਾ, ਕਹਿੰਦੇ ਇਹਦੇ 'ਚ ਜਿਹੜੀਆਂ ਤੁਸੀਂ ਫੋਨ 'ਤੇ ਖਬਰਾਂ ਸੁਣਦੇ ਹੋ ਜਾਂ ਤੁਸੀਂ ਫੋਨਾਂ 'ਤੇ ਜਿਹੜੀਆਂ ਚੀਜ਼ਾਂ ਦੇਖਦੇ ਹੋ, ਕਹਿੰਦੇ ਵੀ ਉਹ ਤੁਹਾਡੇ ਮਨ 'ਚ ਨਾ ਉਹਨਾਂ ਨੇ ਕਾਲ ਨੂੰ ਬਹੁਤ ਜ਼ਿਆਦਾ ਲੈ ਆਉਂਦਾ। ਬਿਲਕੁਲ, ਵੀ ਤੁਸੀਂ ਹਰੇਕ ਚੀਜ਼ 'ਤੇ ਬਹੁਤ ਛੇਤੀ ਗੁੱਸਾ ਹੋ ਜਾਂਦੇ ਹੋ, ਰਿਐਕਟ ਕਰਦੇ ਹੋ। ਕਹਿੰਦੇ ਜਿਹੜੀ ਕਿਤਾਬ ਤੁਹਾਨੂੰ ਧੀਰਜ ਬਹੁਤ ਦਿੰਦੀ ਆ, ਸਿਟਿੰਗ ਕੈਪੈਸਿਟੀ ਤੁਹਾਡੀ, ਮਤਲਬ ਇਹ ਸਹੀ ਗੱਲ ਆ ਵੀ ਤੁਹਾਨੂੰ ਲਗਾਤਾਰ ਬੈਠਣ ਦੀ ਵੀ ਆਦਤ ਹੋਣੀ ਚਾਹੀਦੀ ਹੈ। ਬਿਲਕੁਲ। ਅਤੇ ਕਹਿੰਦੇ ਵੀ ਉਹ ਚੀਜ਼ ਆ ਜਿਹੜੀ ਇਕੱਲਾ ਮਤਲਬ ਧੀਰਜ ਤੁਹਾਨੂੰ ਇਹ ਨਹੀਂ ਹੈਗਾ ਕਿ ਤੁਹਾਡੇ 'ਚ ਇੱਕ ਗੁਣ ਪੈਦਾ ਹੋਇਆ, ਕਹਿੰਦੇ ਉਹ ਬਹੁਤ ਸਾਰੇ ਮੌਕਿਆਂ 'ਤੇ ਤੁਹਾਨੂੰ ਬਹੁਤ ਵਧੀਆ ਸੰਭਾਲ ਲੈਂਦਾ। ਅਤੇ ਮੈਨੂੰ ਖੁਦ ਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਕਿ ਜਦੋਂ ਆਪਾਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਹਾਂ ਨਾ, ਮਤਲਬ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਵੀ ਨਸ਼ਾ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਮੈਂ ਆਪਣੇ ਆਪ 'ਚ ਇਹ ਮਹਿਸੂਸ ਕਰਦੀ ਹੁੰਦੀ ਵੀ ਜਿਸ ਦਿਨ ਮੈਂ ਕੋਈ ਕਿਤਾਬ ਨਹੀਂ ਪੜ੍ਹਦੀ, ਮੈਨੂੰ ਐਂ ਲੱਗੂ ਵੀ ਅੱਜ ਮੈਂ ਕੁਛ ਵੀ ਚੰਗਾ ਨਹੀਂ ਕੀਤਾ ਹੈਗਾ ਨਾ, ਜਿੱਥੋਂ ਵੀ ਮੈਂ ਮਰਜ਼ੀ ਚਾਹੇ ਰਾਤ ਨੂੰ ਪੜ੍ਹਾਂ, ਮੈਂ ਇੱਕ ਥੋੜ੍ਹਾ ਜਿਹਾ ਪੜ੍ਹ ਕੇ ਸੌਂਦੀ ਹਾਂ। ਪਰ ਸੱਚੀ ਕਿਤਾਬ ਤੁਹਾਨੂੰ ਇੰਨਾ ਧੀਰਜ ਦਿੰਦੀ ਆ। ਮੈਂ ਕਿਤਾਬ ਤੋਂ ਇਹ ਚੀਜ਼ ਸਿੱਖੀ ਆ, ਜਿਵੇਂ ਮੈਂ ਜ਼ਿਆਦਾ ਕਿਤਾਬਾਂ ਹੁਣ ਪੜ੍ਹਨ ਲੱਗ ਗਈ, ਕਿ ਤੁਸੀਂ ਸਭ ਤੋਂ ਪਹਿਲੀ ਚੀਜ਼ ਇਹ ਸਿੱਖ ਲੈਂਦੇ ਹੋ ਕਿ ਤੁਸੀਂ ਕਿਸੇ ਟਾਈਮ ਵੀ ਮਤਲਬ ਕਿਸੇ ਦੇ ਵੀ ਸਵਾਲ ਦਾ ਅਤੇ ਕਿਸੇ ਦੀ ਨਿੰਦਿਆ ਦਾ ਜਵਾਬ ਦੇਣ ਲਈ ਵਿਹਲੇ ਨਹੀਂ ਹੋਣੇ ਚਾਹੀਦੇ, ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਸਿਰਫ ਉੱਥੇ ਰਿਐਕਟ ਕਰੋ ਜਿੱਥੇ ਜ਼ਰੂਰਤ ਆ। ਨਹੀਂ, ਮੈਨੂੰ ਲੱਗਦਾ ਹੁੰਦਾ ਵੀ ਉਹ ਚੀਜ਼ਾਂ ਨੂੰ ਤੁਸੀਂ ਛੱਡ ਦਿਓ। ਜਿਵੇਂ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਮੈਂ ਜ਼ਿੰਦਗੀ 'ਚ ਬਲੌਕ ਵਾਲਾ ਆਪਸ਼ਨ ਬਹੁਤ ਲਿਆਂਦਾ, ਹੈ ਨਾ, ਕਿ ਜਿੱਥੇ ਤੁਹਾਨੂੰ ਲੱਗਦਾ ਤੁਹਾਨੂੰ ਨੈਗੇਟਿਵਿਟੀ ਮਿਲ ਰਹੀ ਹੈ ਤੁਸੀਂ ਉੱਥੋਂ ਸਾਈਡ 'ਤੇ ਹੋ ਜਾਓ।
ਤੇ ਇਹ ਚੀਜ਼ ਮੈਨੂੰ ਸੱਚੀ ਕਿਤਾਬਾਂ ਨੇ ਦਿੱਤੀ ਆ। ਕਿਤਾਬ ਤੁਹਾਨੂੰ ਨਾ ਹੌਲੀ ਹੌਲੀ ਇਹ ਸਿਖਾਉਂਦੀ ਹੈ ਕਿ ਤੁਸੀਂ ਬਾਹਰੋਂ ਅਮੀਰ ਨਹੀਂ ਦਿਸਣੇ ਚਾਹੀਦੇ, ਤੁਸੀਂ ਅੰਦਰੋਂ ਅਮੀਰ ਦਿਸਣੇ ਚਾਹੀਦੇ ਹੋ ਨਾ। ਕਿਤਾਬ ਤੁਹਾਨੂੰ ਤੁਹਾਡੀਆਂ ਕਮੀਆਂ ਦੱਸਦੀ ਹੈ ਕਿ ਕਿਸੇ ਕੋਲੇ ਜਦੋਂ ਤੁਸੀਂ ਬੈਠਦੇ ਹੋ ਉਹਦੇ ਨਾਲ ਤੁਸੀਂ ਗੱਲ ਕਰਦੇ ਹੋ, ਤੁਸੀਂ ਆਪਣੇ ਆਪ ਦਾ ਮਤਲਬ ਐਗਜ਼ਾਮਿਨ ਕਰਦੇ ਹੋ ਕਿ ਮੇਰੇ ਕੋਲ ਇੱਥੇ ਕਿੰਨੀ ਸ਼ਬਦਾਂ ਦੀ ਕਮੀ ਸੀ, ਕਿੰਨੀ ਮਤਲਬ ਜਾਣਕਾਰੀ ਦੀ ਕਮੀ ਸੀ, ਹੈ ਨਾ। ਤੇ ਸੱਚੀ ਤੁਹਾਨੂੰ ਇਹੋ ਜਿਹੇ ਸ਼ਬਦ ਜਿਹੜੀ ਅੱਜ ਦੀ ਬੋਲਚਾਲ 'ਚ ਤੁਸੀਂ ਨਹੀਂ ਸੁਣ ਰਹੇ, ਉਹਨਾਂ ਨਾਲ ਜਿਹੜੇ ਪੁਰਾਣੇ ਤੋਂ ਪੁਰਾਣੇ ਬਜ਼ੁਰਗ ਵੀ ਬੋਲਦੇ ਸੀ, ਤੁਸੀਂ ਕਿਤਾਬਾਂ ਦੇ ਜ਼ਰੀਏ ਜੁੜਦੇ ਹੋ। ਇੱਕ ਦਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਬਲਵੰਤ ਗਾਰਗੀ ਹੁਣਾਂ ਦੀਆਂ ਮੈਂ ਕਹਾਣੀਆਂ ਦੀ ਕਿਤਾਬ ਪੜ੍ਹ ਰਹੀ ਸੀ, ਜੋ ਕਿੰਨੇ ਇਹੋ ਜਿਹੇ ਸ਼ਬਦ ਸੀ ਜਿਹੜੇ ਮੈਂ ਅੱਜ ਮਤਲਬ ਸਿੱਖੇ ਨੇ ਕਿ ਉਹ ਕੀ ਸੀਗੇ, ਹੈ ਨਾ। ਆਪਣੇ ਪੁਰਾਣੇ ਬਜ਼ੁਰਗ ਬੋਲਦੇ ਸੀ, ਤੇ ਕਿੰਨੀਆਂ ਮੁਸ਼ਕਿਲਾਂ ਦੇ ਤਜਰਬੇ ਨੇ ਜਿਹੜੇ ਉਹਨਾਂ ਦੇ ਅੱਗੇ ਸੋਲਿਊਸ਼ਨ ਨੇ ਜਿਹੜੇ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੋ। ਜਦੋਂ ਆਪਾਂ ਹਮੇਸ਼ਾ ਗੱਲਾਂ ਕਰਦੇ ਹੁੰਦੇ ਕਿ ਅੱਜ ਦੀਆਂ ਔਰਤਾਂ ਕਹਿੰਦੀਆਂ ਨੇ ਸਾਡੀ ਜ਼ਿੰਦਗੀ ਬਹੁਤ ਔਖੀ ਆ ਨਾ, ਜਦੋਂ ਤੁਸੀਂ ਅਜੀਤ ਕੌਰ ਹੁਣਾਂ ਦੀਆਂ ਸਵੈ ਜੀਵਨੀਆਂ ਪੜ੍ਹਦੇ ਹੋ, ਦਲੀਪ ਕੌਰ ਟਿਵਾਣਾ ਹੁਣਾਂ ਨੂੰ ਪੜ੍ਹਦੇ ਹੋ, ਤਾਂ ਤੁਹਾਨੂੰ ਪਤਾ ਲੱਗਦਾ ਕਿ ਮਤਲਬ ਜ਼ਿੰਦਗੀ ਕੀ ਹੁੰਦੀ ਆ ਅਸਲ 'ਚ, ਨਾ। ਉਹ ਲੋਕ ਕਿੰਨੇ ਉਤਰਾਵਾਂ ਚੜਾਵਾਂ 'ਚੋਂ ਨਿਕਲ ਕੇ ਇੱਥੇ ਤੱਕ ਆਏ। ਬਿਲਕੁਲ। ਬਚਿੰਤ ਕੌਰ ਹੁਣਾਂ ਨੂੰ ਪੜ੍ਹੋਗੇ ਤੁਹਾਨੂੰ ਲੱਗੂ ਕਿ ਸਾਡੀ ਜ਼ਿੰਦਗੀ 'ਚ ਤਾਂ ਕੋਈ ਔਖ ਹੀ ਨਹੀਂ ਹੈਗੀ। ਤੇ ਤੁਸੀਂ ਸੱਚੀ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਤੇ ਲੜਨਾ ਝਗੜਨਾ, ਛੋਟੀਆਂ ਚੀਜ਼ਾਂ 'ਚ ਸਬਰ ਕਿਵੇਂ ਰੱਖਣਾ, ਰਿਸ਼ਤਿਆਂ ਨੂੰ ਕਿੰਨੇ ਕੁ ਸਬਰ ਨਾਲ ਨਿਭਾ ਸਕਦੇ ਹੋ, ਮਤਲਬ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਕਿਤਾਬਾਂ ਇਹ ਸਿਖਾਉਂਦੀਆਂ ਨੇ। ਹਾਂ, ਇੱਕ ਮੈਨੂੰ ਨਾ ਇਹ ਵੀ ਜ਼ਰੂਰੀ ਲੱਗਦਾ ਹੁੰਦਾ ਵਾ, ਹੋ ਸਕਦਾ ਵੀ ਕੋਈ ਅਸਹਿਮਤ ਵੀ ਹੋਵੇ ਇਸ ਗੱਲ ਦੇ ਨਾਲ, ਕਿ ਹਰ ਘਰ ਦੇ ਵਿੱਚ ਨਾ ਇੱਕ ਛੋਟੀ ਜਿਹੀ ਲਾਇਬ੍ਰੇਰੀ ਜ਼ਰੂਰ ਹੋਣੀ ਚਾਹੀਦੀ ਹੈ, ਭਾਵੇਂ ਉਹ ਜਿਵੇਂ ਹੁਣ ਆਪਣੇ ਇੱਥੇ ਪਿਆ ਵਾ ਇੱਕ ਕਿਤਾਬਾਂ ਵਾਲਾ ਰੱਖਣਾ, ਐਵੇਂ ਹੋਣਾ ਚਾਹੀਦਾ ਵਾ। ਕਿਉਂਕਿ ਇਹ ਚੀਜ਼ ਨਾ ਸਿਰਫ ਮੇਰੇ ਕਹਿਣ ਨਾਲ ਨਹੀਂ, ਸਾਡੇ ਜੋ ਮੇਰੀ ਇੱਕ ਦੋਸਤ ਆ ਪ੍ਰਿੰਸ, ਹੈ ਨਾ, ਤਾਂ ਉਹਨਾਂ ਦੇ ਮੰਮੀ ਹੁਣੇ ਜਦੋਂ ਪਹਿਲੀ ਵਾਰੀ ਅਨੰਤ ਨੂੰ ਦੇਖਣ ਆਏ ਸੀਗੇ ਤਾਂ ਵੀਰਾ ਨਾਲ ਆਇਆ, ਗੁਰਵੀਰ, ਹੈ ਨਾ, ਤਾਂ ਉਹ ਸਾਡਾ ਕਿਤਾਬਾਂ ਵਾਲਾ ਰੈਕ ਉੱਥੇ ਡਰਾਇੰਗ ਰੂਮ 'ਚ ਪਿਆ ਸੀਗਾ। ਤੇ ਉਹ ਮਤਲਬ ਵੀਰੇ ਨੇ ਕਿਹਾ, ਕਹਿੰਦਾ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ ਘਰੇ, ਹੈ ਨਾ, ਕਹਿੰਦੇ ਮਤਲਬ ਪੂਰੇ ਘਰ ਦਾ ਔਰਾ ਹੀ ਬਦਲ ਜਾਂਦਾ, ਹੈ ਨਾ। ਉਦੋਂ ਮੈਨੂੰ ਜ਼ਿਆਦਾ ਜ਼ਰੂਰੀ ਲੱਗਿਆ ਕਿਉਂਕਿ ਮੈਂ ਰੈਗੂਲਰ ਪਾਠਕ ਨਹੀਂ ਹਾਂ, ਮੈਂ ਰੋਜ਼ ਨਹੀਂ ਪੜ੍ਹਦੀ, ਮੈਨੂੰ ਪੜ੍ਹਨ ਦੇ ਨਾਲੋਂ ਦੇਖਣ ਅਤੇ ਸੁਣਨ ਦੀ ਆਦਤ ਬਹੁਤ ਜ਼ਿਆਦਾ, ਹੈ ਨਾ। ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਤੁਸੀਂ ਕੁਛ ਨਾ ਪੜ੍ਹੋ ਤਾਂ ਤੁਹਾਨੂੰ ਰੋਜ਼ ਐਂ ਲੱਗਦਾ ਵੀ ਕੁਛ ਅਧੂਰਾ ਰਹਿ ਗਿਆ, ਹੈ ਨਾ। ਮੈਨੂੰ ਇਹ ਹੁੰਦਾ ਕਿ ਮੈਂ ਰੋਜ਼ ਕੁਛ ਨਾ ਕੁਛ ਜਾਂ ਤਾਂ ਸੁਣ ਕੇ ਪਵਾਂ, ਸੌਵਾਂ, ਜਾਂ ਫਿਰ ਮੈਂ ਕੁਛ ਇੱਦਾਂ ਦਾ ਦੇਖਿਆ ਹੋਣਾ ਚਾਹੀਦਾ ਜਿਹੜਾ ਮੈਨੂੰ ਲੱਗੇ ਕਿ ਮਤਲਬ ਮੈਂ ਇਹਦੇ 'ਤੇ ਗੱਲ ਕਰ ਸਕਦੀ ਹਾਂ, ਜਾਂ ਮਤਲਬ ਕੁਛ ਵੀ ਦੇਖਾਂ ਮੈਂ, ਚਾਹੇ ਉਹ ਨਾ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਘਰ ਦੇ ਵਿੱਚ ਕਿਤਾਬਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ, ਭਾਵੇਂ ਉਹ ਛੋਟੀ ਜਿਹੀ ਕੋਈ ਤੁਸੀਂ ਸੈਲਫ ਬਣਾ ਲਓ, ਤੁਸੀਂ ਉਹਦੇ 'ਤੇ ਰੱਖ ਲਓ ਕਿਤਾਬਾਂ। ਜਿਵੇਂ ਜੰਗ ਬਹਾਦਰ ਗੋਇਲ ਹੋਰਾਂ ਨੂੰ ਮਨਜੀਤ ਭਾਜੀ ਨੇ ਇੰਟਰਵਿਊ ਕੀਤੇ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕਿਤਾਬਾਂ ਤੋਂ ਬਿਨਾਂ ਘਰ ਆਏ ਹੁੰਦਾ ਵੀ ਜਿਵੇਂ ਘਰ ਦੇ ਦਰਵਾਜ਼ੇ ਜਾਂ ਮੋਰੀਆਂ ਨਹੀਂ ਹੁੰਦੇ, ਹੈ ਨਾ। ਸੋ ਇੱਕ ਤਾਂ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਹਰ ਘਰ, ਹਰ ਪਿੰਡ ਦੇ ਵਿੱਚ ਕੋਈ ਇੱਦਾਂ ਦੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਲੋਕੀ ਵਿਹਲੇ ਸਮੇਂ ਦੇ ਵਿੱਚ ਆ ਕੇ ਬੈਠ ਕੇ ਕੁਛ ਨਾ ਕੁਛ ਪੜ੍ਹ ਸਕਣ, ਹੈ ਨਾ। ਅਤੇ ਇਹ ਜ਼ਰੂਰੀ ਨਹੀਂ ਹੈਗਾ ਵੀ ਪੜ੍ਹਨਾ ਸਿਰਫ ਕਿਤਾਬਾਂ ਹੀ ਹੁੰਦੀਆਂ ਨੇ। ਵੀ ਲੱਗਦਾ ਹੁੰਦਾ ਭੈਣੇ ਤੁਹਾਡੀ ਡੇਲੀ ਰੂਟੀਨ, ਮਤਲਬ ਤੁਹਾਡੇ ਰੋਜ਼ ਦੇ ਕੰਮਾਂ ਦੇ ਵਿੱਚ, ਤੁਹਾਡੀ ਰੂਟੀਨ ਦੇ ਵਿੱਚ ਤੁਹਾਡੀ ਕੋਈ ਇੱਕ ਆਦਤ ਇੱਦਾਂ ਦੀ ਹੋਣੀ ਚਾਹੀਦੀ ਹੈ ਵੀ ਜਿਹੜੀ ਤੁਸੀਂ ਰੋਜ਼ ਕਰਦੇ ਹੋ, ਹੈ ਨਾ। ਉਹਦੇ ਵਿੱਚ ਇਹ ਵੀ ਹੋ ਸਕਦਾ ਵੀ ਤੁਸੀਂ ਰੋਜ਼ਾਨਾ ਪਾਠ ਕਰਦੇ ਹੋਵੋ, ਹੈ ਨਾ। ਪਾਠ ਦੀ ਗਾਹਾਂ ਫਿਰ ਤੁਸੀਂ ਵਿਆਖਿਆ ਵੀ ਪੜ੍ਹਦੇ ਸੁਣਦੇ ਹੋਵੋ, ਉਹਨਾਂ ਚੀਜ਼ਾਂ ਨੂੰ ਵੀ ਤੁਸੀਂ ਸ਼ਾਮਿਲ ਕਰ ਸਕਦੇ ਹੋ ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਿਤਾਬ ਪੜ੍ਹਨ ਦੀ ਕੋਈ ਰੁਚੀ ਨਹੀਂ ਹੈ, ਥੋੜ੍ਹਾ ਧਿਆਨ ਉੱਧਰ ਆ, ਹੈ ਨਾ। ਤਾਂ ਮੈਨੂੰ ਲੱਗਦਾ ਜਿਵੇਂ ਤੁਹਾਡੀ ਰੂਟੀਨ ਦੇ ਵਿੱਚ ਪਾਠ ਕਰਨਾ ਜਾਂ ਪਾਠ ਦੀ ਵਿਆਖਿਆ ਪੜ੍ਹਨੀ ਜਾਂ ਸੁਣਨੀ, ਉਹ ਵੀ ਸ਼ਾਮਿਲ ਹੋਣੀ ਚਾਹੀਦੀ ਆ। ਅਤੇ ਦੂਸਰੇ ਇਹ ਵੀ ਜਦੋਂ ਤੁਹਾਡੇ ਘਰ 'ਚ ਕਿਤਾਬਾਂ ਹੁੰਦੀਆਂ ਨੇ, ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀਗੇ, ਤਾਂ ਉਹ ਕਹਿੰਦੇ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਕਾਲਜ, ਵੀ ਅਸੀਂ ਆਪਣੇ ਪ੍ਰੋਫੈਸਰ ਦੇ ਘਰ ਗਏ ਅਤੇ ਕਹਿੰਦੇ ਜਦੋਂ ਅਸੀਂ ਦੇਖਿਆ ਵੀ ਉਹਨਾਂ ਦੇ ਨਾ ਟੇਬਲ ਦੇ ਉੱਪਰ 6 ਤਰ੍ਹਾਂ ਦੇ ਅਖਬਾਰ ਪਏ ਸੀਗੇ, ਅਲੱਗ-ਅਲੱਗ, ਹੈ ਨਾ। ਤਿੰਨੇ ਭਾਸ਼ਾਵਾਂ ਦੇ ਵਿੱਚ 6 ਅਖਬਾਰ ਪਏ ਸੀਗੇ। ਕਹਿੰਦੇ ਉਹਨਾਂ ਦੇ ਛੋਟੇ ਬੱਚੇ ਸੀਗੇ। ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਤਲਬ ਇੰਨੇ ਅਖਬਾਰ, ਕਹਿੰਦੇ ਵੀ ਇਹ ਮੈਂ ਆਪਣੇ ਬੱਚਿਆਂ ਲਈ ਲਵਾਏ ਨੇ। ਉਹ ਕਹਿੰਦੇ ਵੀ ਇਹ ਤਾਂ ਹਾਲੇ ਬਹੁਤ ਛੋਟੇ ਨੇ, ਪੜ੍ਹਦੇ ਹੋਣਗੇ ਨਾ। ਉਹ ਕਹਿੰਦੇ ਜਦੋਂ ਪਹਿਲੇ ਦਿਨ ਇਸ ਘਰ 'ਚ ਅਖਬਾਰ ਆਇਆ ਸੀ, ਇਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਸਾਡੇ ਘਰੇ ਕੁਛ ਆਇਆ ਵਾ, ਹੈ ਨਾ। ਕਹਿੰਦੇ ਹੁਣ ਹੌਲੀ ਹੌਲੀ ਜਦੋਂ ਕੋਈ ਚੀਜ਼ ਘਰੇ ਪਈ ਹੁੰਦੀ ਆ, ਤੁਹਾਡਾ ਬੱਚਾ ਆਟੋਮੈਟਿਕਲੀ ਉਹਨੂੰ ਜ਼ਰੂਰ ਚੱਕ ਕੇ ਦੇਖਦਾ ਹੀ ਦੇਖਦਾ ਨਾ। ਕਹਿੰਦੇ ਹੁਣ ਹਲੇ ਇਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ ਹੈਗਾ, ਪਰ ਇਹ ਰੋਜ਼ ਅਖਬਾਰ ਚੱਕਦੇ ਨੇਗੇ। ਤਾਂ ਮਤਲਬ ਮੈਨੂੰ ਕਹਿੰਦੇ ਨੇ ਵੀ ਪਾਪਾ ਇਹਦੇ 'ਚ ਕੀ ਲਿਖਿਆ ਹੋਇਆ, ਸਾਨੂੰ ਪੜ੍ਹ ਕੇ ਸੁਣਾਓ, ਹੈ ਨਾ। ਹੁਣ ਇਹੀ ਚੀਜ਼ ਮੈਂ ਅਨੰਤ 'ਚ ਵੀ ਦੇਖਦੀ ਹਾਂ ਵੀ ਸਾਡੇ ਘਰੇ ਬੁੱਕ ਰੈਕ ਪਿਆ ਨਾ, ਹਲੇ ਉਹਨੂੰ ਉਨੀ ਸਮਝ ਨਹੀਂ ਹੈਗੀ, ਜਿਵੇਂ ਉਹਦੀ ਕੋਈ ਕਿਤਾਬ ਸਾਬਤ ਹੀ ਨਹੀਂ ਹੈਗੀ ਨਾ, ਉਹ ਪਾੜ ਦਿੰਦੀ ਆ, ਪਰ ਫਿਰ ਵੀ ਅਸੀਂ ਉਹਨੂੰ ਕਿਤਾਬਾਂ ਲਿਆ ਕੇ ਦਿੰਦੇ ਹਾਂ, ਉਹਨੂੰ ਪੈਨਸਲਾਂ ਜਾਂ ਕਲਰ ਲਿਆ ਕੇ ਦੇਈਦਾ ਵਾ, ਹੈ ਨਾ। ਅਤੇ ਜਦੋਂ ਕਿਤੇ ਅਸੀਂ ਕਿਤਾਬ ਚੱਕ ਕੇ ਬਹਿੰਦੇ ਹਾਂ ਨਾ, ਉਹ ਭੱਜ ਲੈਂਦੀ ਆ, ਮੈਂ ਵੀ ਆਪਣੀ ਕਿਤਾਬ ਲੈ ਕੇ ਆਉਂਦੀ ਹਾਂ, ਹੈ ਨਾ। ਉਹ ਫਿਰ ਸਾਡੇ ਬਰੋਬਰ ਬੈਠ ਕੇ ਉਂਗਲਾਂ ਫੇਰੀ ਜਾਂਦੀ ਆ, ਹੈ ਨਾ। ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿਤਾਬ ਪੁੱਠੀ ਆ ਜਾਂ ਸਿੱਧੀ ਆ। ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਘਰੇ ਚੀਜ਼ ਪਈ ਹੁੰਦੀ ਆ
ਜਿਵੇਂ ਜਿਹੋ ਜਿਹੀ ਚੀਜ਼ ਘਰੇ ਜੋ ਜੋ ਤੁਹਾਡਾ ਮਾਹੌਲ ਹੁੰਦਾ ਹੈ ਨਾ, ਨਿਆਣਾ ਉਸ ਚੀਜ਼ ਨੂੰ ਅਡਾਪਟ ਜ਼ਰੂਰ ਕਰਦਾ ਆ। ਤਾਂ ਜੇ ਤੁਹਾਡੇ ਘਰੇ ਕਿਤਾਬਾਂ ਹੋਣਗੀਆਂ, ਜਿਵੇਂ ਮੈਂ ਤੇ ਸੁਨਪ੍ਰੀਤ ਜ਼ਿਆਦਾ ਮਤਲਬ ਰੈਗੂਲਰ ਪਾਠਕ ਤਾਂ ਅਸੀਂ ਨਹੀਂ ਹੈਗੇ, ਪਰ ਅਸੀਂ ਜਦੋਂ ਕਿਤੇ ਵੀ ਜਾਂਦੇ ਹਾਂ ਜਾਂ ਸਾਨੂੰ ਦੋਨਾਂ ਨੂੰ ਕਿਤੋਂ ਕਿਸੇ ਕਿਤਾਬ ਬਾਰੇ ਸੁਣਨ ਨੂੰ ਮਿਲਿਆ ਵੀ ਇਹ ਪੜ੍ਹਨੀ ਚਾਹੀਦੀ ਆ ਜਾਂ ਇਹ ਬਹੁਤ ਜ਼ਿਆਦਾ ਫੇਮਸ ਹੋ ਰਹੀ ਹੈ ਕਿਤਾਬ, ਤਾਂ ਅਸੀਂ ਉਹ ਕਿਤਾਬ ਲਿਆ ਕੇ ਹਮੇਸ਼ਾ ਆਪਣੇ ਰੈਕ 'ਚ ਰੱਖ ਲੈਂਦੇ ਹਾਂ ਵੀ ਜਦੋਂ ਵੀ ਟਾਈਮ ਮਿਲਿਆ ਅਸੀਂ ਇਹਨੂੰ ਪੜ੍ਹ ਲਾਂਗੇ, ਹੈ ਨਾ। ਸੋ ਮੈਨੂੰ ਲੱਗਦਾ ਹੈ ਕਿ ਘਰੇ ਕਿਤਾਬਾਂ ਦਾ ਹੋਣਾ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੁੰਦਾ ਕਿ ਜ਼ਰੂਰੀ ਆ। ਬਿਲਕੁਲ ਗੁਰਦੀਪ, ਮੈਂ ਤਾਂ ਇਹ ਸਮਝਦੀ ਹਾਂ ਕਿ ਜਿਵੇਂ ਹੁਣ ਮੈਂ ਮੰਨ ਲਓ ਆਪਾਂ 40 ਸਾਲ ਦੇ ਹਨਾ, ਆਪਣੀ ਉਮਰ ਜੇ ਆਪਾਂ ਰੱਖੀਏ। ਨਹੀਂ, ਮੈਂ ਤਾਂ ਨਹੀਂ 40 ਸਾਲ ਦੀ ਪਰ ਮੈਂ ਸੱਚੀ ਕਹਿ ਰਹੀ ਹਾਂ ਕਿ ਮਤਲਬ ਤੁਸੀਂ 80 ਸਾਲ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਵੀ ਕਿਤਾਬ ਚੋਂ ਲੈ ਲੈਂਦੇ ਹੋ ਨਾ। ਜਿਵੇਂ ਬਹੁਤ ਸਾਰੀਆਂ ਚੀਜ਼ਾਂ ਨੇ ਭੈਣੇ, ਜਿਵੇਂ ਮੈਂ ਤਾਂ ਨਾ ਮੈਨੂੰ ਕਈ ਵਾਰੀ ਆਪਦੇ ਨਾਲ ਲੈਕੀ ਵੀ ਲੱਗਦੀ ਹੁੰਦੀ ਹੈ, ਬਹੁਤ ਜਿਹੜੀਆਂ ਸ਼ਾਹਕਾਰ ਕਿਤਾਬਾਂ ਨੇ, ਮੈਂ ਕਹਿੰਦੀ ਹਾਂ ਅੱਧੇ ਤੋਂ ਜ਼ਿਆਦਾ ਪੰਜਾਬ ਨੇ ਉਹ ਪੜ੍ਹ ਲਈਆਂ ਹੋਣੀਆਂ ਨੇ। ਮੈਂ ਹਾਲੇ ਤੱਕ ਉਹ ਵੀ ਨਹੀਂ ਸੀ ਪੜ੍ਹੀਆਂ, ਹੈ ਨਾ। ਜਿਵੇਂ ਹੁਣ ਪਿੱਛੇ ਜੇ ਮੈਂ ਪਿੰਜਰ ਪੜ੍ਹਿਆ, ਹਾਲਾਂਕਿ ਬਹੁਤ ਛੋਟੀ ਕਿਤਾਬ ਆ ਉਹ, ਅਤੇ ਮੈਨੂੰ ਲੱਗਿਆ ਵੀ ਮਤਲਬ ਉਹਦੇ 'ਚੋਂ ਕਿੰਨੇ ਆਸਪੈਕਟ ਨਿਕਲ ਕੇ ਆਉਂਦੇ ਨੇ ਬਾਹਰ, ਕਿੰਨੀਆਂ ਸਾਰੀਆਂ ਨਵੀਆਂ ਚੀਜ਼ਾਂ ਨੇ। ਤੁਸੀਂ ਕਿਸੇ ਨਾਲ ਗੱਲ ਕਰਨ ਬੈਠੋ, ਤੁਸੀਂ ਹਵਾਲਾ ਦੇ ਕੇ ਗੱਲ ਕਰ ਸਕਦੇ ਹੋ ਨਾ। ਜਾਂ ਫਿਰ ਮੈਂ ਔਰਤ ਹਾਂ ਮਾਨਵੀ ਦੀ ਕਿਤਾਬ ਜਿਹੜੀ ਸੀਗੀ, ਹੈ ਨਾ, ਉਹ ਟਰਾਂਸਜੈਂਡਰ ਦੀ ਜ਼ਿੰਦਗੀ ਬਾਰੇ ਤੁਹਾਨੂੰ ਕਿੰਨਾ ਕੁਛ ਦੱਸਦੀ ਆ, ਤੁਹਾਡਾ ਨਜ਼ਰੀਆ ਚੇਂਜ ਕਰਦੀ ਆ। ਜਾਂ ਤੁਹਾਨੂੰ ਹਮੇਸ਼ਾ ਜਦੋਂ ਮੈਂ ਉਹਨਾਂ ਲੋਕਾਂ ਨੂੰ ਦੇਖਦੀ ਹੁੰਦੀ ਸੀ, ਉਸ ਤੋਂ ਪਹਿਲਾਂ ਮੈਨੂੰ ਥੋੜ੍ਹੀ ਜਿਹੀ ਨਾ ਝਿਜਕ ਜਾਂ ਉਹਨਾਂ ਦੇ ਨੇੜੇ ਆਉਣ ਤੋਂ ਡਰ ਲੱਗਦਾ ਹੁੰਦਾ ਸੀਗਾ ਵੀ ਨਹੀਂ ਇਹਨਾਂ ਦੇ ਨਾਲ ਨਹੀਂ ਉੱਠਣਾ ਬੈਠਣਾ, ਜਾਂ ਮਤਲਬ ਬੜੀਆਂ ਸਾਰੀਆਂ ਜਿਵੇਂ ਆਪਾਂ ਕਹਿੰਦੇ ਵੀ ਤੁਹਾਡੇ ਦਿਮਾਗ 'ਚ ਉਹ ਟੈਬੂਜ਼ ਜੇ ਬਣੇ ਹੁੰਦੇ ਨੇ ਇਹਨਾਂ ਲੋਕਾਂ ਨੂੰ ਲੈ ਕੇ, ਉਹ ਵਾਲੀਆਂ ਚੀਜ਼ਾਂ ਮੇਰੀਆਂ ਦੂਰ ਹੋਈਆਂ ਵੀ ਜੇ ਮਤਲਬ ਤੁਸੀਂ ਹੈਗੇ ਵੀ ਹੋ ਤਾਂ ਤੁਸੀਂ ਉਹਨਾਂ ਨਾਲ ਕਿਵੇਂ ਬੋਲਣਾ ਵਰਤਣਾ ਆ, ਕਿਹੜੀਆਂ ਚੀਜ਼ਾਂ ਉਹਨਾਂ ਸਾਹਮਣੇ ਕਹਿਣੀਆਂ ਕਰਨੀਆਂ ਨੇ ਜਾਂ ਨਹੀਂ ਕਹਿਣੀਆਂ, ਹੈ ਨਾ, ਵੀ ਜਿਹਦੇ ਨਾਲ ਨਾ ਉਹਨਾਂ ਨੂੰ ਤਕਲੀਫ ਹੋਵੇ ਨਾ ਤੁਹਾਨੂੰ। ਮਤਲਬ ਇਹ ਜ਼ਰੂਰੀ ਨਹੀਂ ਵੀ ਸਿਰਫ ਤੁਸੀਂ ਕਿਤਾਬਾਂ ਪੜ੍ਹਦੇ ਹੀ ਜਾਂਦੇ ਹੋ। ਮੈਨੂੰ ਲੱਗਦਾ ਹੁੰਦਾ ਕਿਤਾਬ ਪੜ੍ਹ ਕੇ ਇਹ ਵੀ ਚੀਜ਼ ਸਾਨੂੰ ਵਿਚਾਰਨੀ ਚਾਹੀਦੀ ਹੈ ਵੀ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕੀ ਸਿੱਖਿਆ, ਹੈ ਨਾ, ਜਾਂ ਇਹ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਡੇ 'ਚ ਕੀ ਬਦਲਾਅ ਆਇਆ। ਬਿਲਕੁਲ, ਹੈ ਨਾ। ਨਹੀਂ, ਮੈਨੂੰ ਤਾਂ ਮਤਲਬ ਹਮੇਸ਼ਾ ਲੱਗਦਾ ਹੁੰਦਾ ਕਿ ਜਿਹੜੇ ਘਰ 'ਚ ਕਿਤਾਬ ਨਾ ਹੋਵੇ, ਮੈਨੂੰ ਉੱਥੇ ਸੱਚੀ ਜਾ ਕੇ ਵੀ ਨਹੀਂ ਵਧੀਆ ਲੱਗਦਾ, ਹੈ ਨਾ। ਅਤੇ ਜਿਵੇਂ ਤੁਸੀਂ ਕਿਹਾ ਵੀ ਜੋ ਚੀਜ਼ ਅਸੀਂ ਕਰਦੇ ਹਾਂ, ਆਪਾਂ ਕਹਿੰਦੇ ਹੁੰਦੇ ਵੀ ਨਿਆਣਿਆਂ ਨੂੰ ਤੁਸੀਂ ਕੋਈ ਚੀਜ਼ ਸਿਖਾ ਨਹੀਂ ਸਕਦੇ। ਕਦੇ ਨਾ ਇਹ ਕਹੋ ਵੀ ਮੇਰਾ ਨਿਆਣਾ ਕਿਤਾਬ ਨਹੀਂ ਪੜ੍ਹ ਰਿਹਾ। ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਨਾਨਾ ਜੀ ਇੰਗਲਿਸ਼ ਲਿਟਰੇਚਰ ਪੜ੍ਹਦੇ ਹੁੰਦੇ ਸੀ, ਹੈ ਨਾ। ਤਾਂ ਉਹਨਾਂ ਨੇ ਜਿਹੜੀ ਕੋਈ ਕਿਤਾਬ ਪੜ੍ਹਨੀ ਜਾਂ ਕੋਈ ਅਖਬਾਰ ਪੜ੍ਹਨੀ, ਉਹਨਾਂ ਨੇ ਸਾਨੂੰ ਵੀ ਕਹਿਣਾ ਵੀ ਹੁਣ ਤੁਸੀਂ ਪੜ੍ਹ ਕੇ ਸੁਣਾਓ। ਅਤੇ ਮੇਰੇ ਮੰਮੀ ਵੀ ਪੜ੍ਹਦੇ ਹੁੰਦੇ ਸੀਗੇ। ਉਸ ਤੋਂ ਬਾਅਦ ਜਿਵੇਂ ਹੁਣ ਮੈਂ ਜਦੋਂ ਕਿਤਾਬ ਪੜ੍ਹਦੀ ਹਾਂ ਤਾਂ ਮੈਨੂੰ ਪਤਾ ਵੀ ਗੁਰਨੂਰ ਕੋਲ ਕਿੰਨੇ ਨਾਵਲ ਨੇ ਜਿਹੜੇ ਉਹ ਪੜ੍ਹਦੀ ਆ, ਹੈ ਨਾ। ਉਸ ਤੋਂ ਬਾਅਦ ਮੈਂ ਮਹਿਤਾਬ ਨੂੰ 2 ਕਿਤਾਬਾਂ ਲਿਆ ਕੇ ਦਿੱਤੀਆਂ, ਉਹਨੇ ਦੋਨੇ ਹੀ ਪੜ੍ਹ ਲਈਆਂ ਉਹ। ਅਤੇ ਜਦੋਂ ਮੈਂ ਕੋਈ ਕਿਤਾਬ ਕਿਸੇ ਕਮਰੇ 'ਚ ਬੈਠੀ ਪੜ੍ਹ ਰਹੀ ਹਾਂ, ਮਤਲਬ ਗੁਰਨੂਰ ਦੂਜੇ ਕਮਰੇ 'ਚ ਬੈਠੀ ਕਿਤਾਬ ਪੜ੍ਹ ਰਹੀ ਹੁੰਦੀ ਆ। ਅਤੇ ਮੈਂ ਆਪਣੇ ਤਜਰਬੇ ਨਾਲ ਕਹਿ ਰਹੀ ਹਾਂ ਕਿ ਨਿਆਣਿਆਂ ਦੇ ਸੁਭਾਅ 'ਚ ਜਿਹੜੀ ਤਬਦੀਲੀ ਤੁਸੀਂ ਦੇਖਦੇ ਹੋ ਨਾ, ਜਿਹੜੀ ਤੁਹਾਨੂੰ ਲੱਗਦਾ ਕਿ 10 ਸਾਲ ਦੀ ਉਮਰ ਤੋਂ ਬਾਅਦ ਕਈ ਬੱਚੇ ਬਹੁਤ ਜ਼ਿਆਦਾ ਗੁੱਸਾ ਕਰਨ ਲੱਗ ਜਾਂਦੇ ਆ, ਜਾਂ ਕਈ ਨਿਆਣਿਆਂ ਦੇ ਮਤਲਬ ਸੁਭਾਵਾਂ 'ਚ ਬਹੁਤ ਤਬਦੀਲੀਆਂ ਆਉਂਦੀਆਂ, ਤਾਂ ਮੈਂ ਉਹਨੂੰ ਦੇਖਿਆ ਕਿ ਉਹ ਕਿੰਨੀ ਸ਼ਾਂਤ ਹੋ ਗਈ ਉਸ ਚੀਜ਼ ਤੋਂ ਬਾਅਦ। ਅਤੇ ਜਿਹੜੀਆਂ ਗੱਲਾਂ ਕਈ ਵਾਰੀ ਮਤਲਬ ਆਪਾਂ ਮਾਪੇ ਹੋਣ ਦੇ ਨਾਤੇ ਝਿਜਕ ਮਹਿਸੂਸ ਕਰਦੇ ਹਾਂ ਕਿ ਤੁਸੀਂ ਆਪਣੇ ਨਿਆਣੇ ਨੂੰ ਨਹੀਂ ਦੱਸ ਸਕਦੇ, ਤਾਂ ਉਹ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਸਾਹਿਤ ਮਤਲਬ ਇਹੋ ਜਿਹਾ ਹੀ ਪੜ੍ਹਾਓਗੇ, ਨਾਵਲ ਜਾਂ ਕਹਾਣੀਆਂ ਪੜ੍ਹਾਓਗੇ। ਤੁਸੀਂ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਨਾਲ ਜੁੜੀਆਂ ਹੋਈਆਂ ਕਿਤਾਬਾਂ ਨੇ ਤੁਹਾਡੇ, ਜਿਵੇਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੀਆਂ ਬੱਚਿਆਂ ਨਾਲ ਹੀ ਜੁੜੀਆਂ ਹੋਈਆਂ ਕਿੰਨੀਆਂ ਕਿਤਾਬਾਂ ਨੇ। ਅਤੇ ਉਹ ਤੁਸੀਂ ਜਦੋਂ ਬੱਚੇ ਨੂੰ ਦਿੰਦੇ ਹੋ ਤਾਂ ਉਹਦੇ ਮਨ 'ਚੋਂ ਕਿੰਨੀਆਂ ਉਲਝਣਾਂ ਨੇ ਜਿਹੜੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਦੂਰ ਹੁੰਦੀਆਂ ਨੇ, ਨਾ। ਕਿਤਾਬ ਮਤਲਬ ਕਿਸੇ ਵੀ ਤਰ੍ਹਾਂ ਦੀ ਵੀ ਜਾਣਕਾਰੀ ਹੈ ਜਿਹੜੀ ਉਹ ਤੁਸੀਂ ਕਿਤਾਬਾਂ 'ਚੋਂ ਲੱਭ ਸਕਦੇ ਹੋ। ਤਾਂ ਇੱਕ ਚੀਜ਼ ਹੋਰ ਆ ਗੁਰਦੀਪ ਕਿ ਜਦੋਂ ਨਾ ਤੁਸੀਂ ਕਿਤਾਬਾਂ ਨੂੰ ਪੜ੍ਹਦੇ ਹੋ, ਤੁਹਾਨੂੰ ਆਪਣੇ ਆਪ 'ਚ ਜਿਹੜੀ ਅਮੀਰੀ ਲੱਗਦੀ ਹੈ ਨਾ, ਆਪਣੇ ਭਰਿਆ। ਅਤੇ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਵੀ ਸਿਲੇਬਸ ਤੋਂ ਬਿਨਾਂ ਕੁਛ ਨਹੀਂ, ਮਤਲਬ ਸਾਡਾ ਵਕਤ ਨਹੀਂ ਲੱਗਦਾ, ਸਾਨੂੰ ਪੜ੍ਹਿਆ ਨਹੀਂ ਜਾਣਾ ਚਾਹੀਦਾ, ਹੈ ਨਾ। ਪਰ ਕਾਲਜਾਂ 'ਚ ਲਾਇਬ੍ਰੇਰੀਆਂ ਹੁੰਦੀਆਂ ਨੇ, ਕਿੰਨੀਆਂ ਤਰ੍ਹਾਂ ਦੀਆਂ ਕਿਤਾਬਾਂ ਹੁੰਦੀਆਂ। ਮੈਨੂੰ ਯਾਦ ਹੈ ਕਿ ਮੈਂ 7ਵੀਂ 'ਚ ਸੀ ਜਦੋਂ ਮੈਂ ਪਹਿਲੀ ਕਿਤਾਬ ਦਲੀਪ ਕੌਰ ਟਿਵਾਣਾ ਹੋਣਾ ਦੀ ਪੜ੍ਹੀ ਸੀਗੀ, ਹੈ ਨਾ। ਅਤੇ ਜਦੋਂ ਮੈਂ ਕਾਲਜ 'ਚ ਜਾ ਕੇ ਦੁਬਾਰਾ ਉਸ ਕਿਤਾਬ ਨੂੰ ਪੜ੍ਹਿਆ, ਮਤਲਬ ਉਹ ਨਾਵਲ ਸੀਗਾ ਉਹਨਾਂ ਦਾ, ਤਾਂ ਮੈਨੂੰ ਲੱਗਿਆ ਸੀ ਕਿ ਇਹ ਜਿਉਂਦੇ ਜਾਗਦੇ ਕਰੈਕਟਰ ਹੋਣਗੇ। ਅਤੇ ਮੈਂ ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਆਈ ਅਤੇ ਮੈਂ ਉੱਥੇ ਸਭ ਨੂੰ ਪੁੱਛਿਆ ਵੀ ਇੱਥੇ ਕੋਈ ਰਿਸ਼ਪਾਲ ਨਾਂ ਦੀ ਕੁੜੀ ਹੈਗੀ ਆ, ਹੈ ਨਾ। ਅਤੇ ਉਹ ਮਤਲਬ ਕਿਤਾਬਾਂ ਤੁਹਾਨੂੰ ਦੂਜਿਆਂ ਦੀ ਜ਼ਿੰਦਗੀ ਦਾ ਐਡਾ ਸੋਹਣਾ ਤਜਰਬਾ ਦਿੰਦੀਆਂ ਨੇ ਕਿ ਤੁਹਾਡੀ ਆਪਣੀ ਜ਼ਿੰਦਗੀ 'ਚ ਜਦੋਂ ਤੁਸੀਂ ਉਹਨਾਂ ਨੂੰ ਇੰਪਲੀਮੈਂਟ ਕਰਦੇ ਹੋ ਨਾ ਉਸ ਚੀਜ਼ ਨੂੰ, ਤੁਹਾਨੂੰ ਸਭ ਕੁਛ ਵਧੀਆ ਲੱਗਣ ਲੱਗ ਜਾਂਦਾ। ਬਹੁਤ ਸਾਰੇ ਲੋਕ ਨਰਿੰਦਰ ਕਪੂਰ ਉਹਨਾਂ ਨੂੰ ਬਹੁਤ ਜ਼ਿਆਦਾ ਨਿੰਦਦੇ ਨੇ, ਹੈ ਨਾ। ਪਰ ਮੈਨੂੰ ਪਤਾ ਕਿ ਜੇ ਤੁਸੀਂ ਚੜ੍ਹਦੀ ਕਲਾ 'ਚ ਰਹਿਣਾ ਸਿੱਖਣਾ ਨਾ, ਤਾਂ ਉਹਨਾਂ ਦੀਆਂ ਕਿਤਾਬਾਂ ਤੋਂ ਸੋਹਣੀਆਂ ਕਿਤਾਬਾਂ ਨਹੀਂ ਹੈਗੀਆਂ। ਇੰਨੀ ਮਤਲਬ ਐਕਸੈਪਟੈਂਸ ਆ ਉਸ ਬੰਦੇ ਦੇ ਅੰਦਰ ਆਪਣੇ ਆਪ ਨੂੰ ਲੈ ਕੇ, ਹੈ ਨਾ, ਕਿ ਉਹ
ਉਹਨਾਂ ਨੇ ਬਚਪਨ ਤੋਂ ਲੈ ਕੇ ਇੰਨੇ ਕੰਮ ਕੀਤੇ ਔਰ ਉਹਨਾਂ ਕੰਮਾਂ ਨੂੰ ਕਦੀ ਲੁਕੋਇਆ ਨਹੀਂ। ਉਹਨਾਂ ਨੇ ਕਿਹਾ ਕਿ ਮੈਨੂੰ ਹਰ ਕੰਮ ਨੇ ਇੱਕ ਨਵਾਂ ਤਜਰਬਾ ਦਿੱਤਾ, ਇੱਕ ਨਵਾਂ ਹੁਨਰ ਦਿੱਤਾ। ਤੇ ਜਦੋਂ ਤੁਸੀਂ ਉਹਨਾਂ ਦੀ ਕੋਈ ਕਿਤਾਬ ਪੜ੍ਹੋਗੇ ਨਾ, ਖਾਸ ਤੌਰ ਤੇ ਜਦੋਂ ਮਾਲਾ ਮਣਕੇ ਆਪਾਂ ਪੜ੍ਹਦੇ ਹਾਂ, ਤਾਂ ਮੈਨੂੰ ਐ ਲੱਗਦਾ ਵੀ ਮਰਿਆ ਬੰਦਾ ਵੀ ਨਾ ਇੱਕ ਤਰ੍ਹਾਂ ਨਾਲ ਚੜ੍ਹਦੀ ਕਲਾ ਚ ਹੋ ਜਾਂਦਾ। ਹਾਂ, ਕਿ ਮੇਰੀ ਮਤਲਬ ਜ਼ਿੰਦਗੀ ਚ ਇਹੋ ਜਿਹੀ ਕੋਈ ਚੀਜ਼ ਹੀ ਨਹੀਂ ਜਿਹੜੀ ਮੈਂ ਕਰ ਨਹੀਂ ਸਕਦਾ। ਤੇ ਜਿਵੇਂ ਤੁਸੀਂ ਇੱਕ ਕਿਤਾਬ ਹੈ ਨਾ, ਮੈਂ ਔਰਤ ਹਾਂ ਦੀ ਗੱਲ ਕੀਤੀ, ਇੱਕ ਨਵਾਂ ਰੰਗ ਜਿਹਦੇ ਨਾਲ ਅਸੀਂ ਕਦੇ ਵਿਚਰੇ ਹੀ ਨਹੀਂ, ਜਿਹਦੇ ਨਾਲ ਸਾਨੂੰ ਬੈਠਣ ਦਾ, ਰਹਿਣ ਦਾ ਮੌਕਾ ਨਹੀਂ ਮਿਲਿਆ। ਤੁਸੀਂ ਕਿੰਨੀ ਸ਼ਿੱਦਤ ਨਾਲ ਉਸ ਚੀਜ਼ ਦੀ ਤਕਲੀਫ ਸਮਝ ਲੈਂਦੇ ਹੋ ਨਾ। ਐਵੇਂ ਦਲੀਪ ਕੌਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਦੇ 'ਚ ਤੁਸੀਂ ਸਮਝ ਸਕਦੇ ਹੋ ਕਿ ਔਰਤ ਮਤਲਬ ਕਿੰਨੇ ਸਬਰ ਸਿੱਧਕ ਵਾਲੀ ਹੋਣੀ ਚਾਹੀਦੀ ਹੈ ਨਾ। ਬਹੁਤ ਜਿਵੇਂ ਬਚਿੰਤ ਕੌਰ ਉਹਨਾਂ ਦੀ ਪਗਡੰਡੀਆਂ ਦੀ ਗੱਲ ਕੀਤੀ, ਮੈਂ ਕਿਸੇ ਤੋਂ ਸੁਣਿਆ ਸੀਗਾ, ਉਹਨਾਂ ਦੇ ਇੱਕ ਪਾਠਕ ਸੀ, ਕਹਿੰਦੇ ਵੀ ਜਦੋਂ ਉਹ ਜਗਬਾਣੀ 'ਚ ਛਪਦੀ ਹੁੰਦੀ ਸੀ ਤਾਂ ਔਰਤਾਂ ਰੋਂਦੀਆਂ ਹੁੰਦੀਆਂ ਸੀਗੀਆਂ ਉਹਨੂੰ ਪੜ੍ਹ ਕੇ, ਹੈ ਨਾ, ਕਿ ਇੰਨੀਆਂ ਜ਼ਿਆਦਾ ਔਰਤਾਂ ਆਪਣੀ ਜ਼ਿੰਦਗੀ ਨੂੰ ਰਿਲੇਟ ਕਰਦੀਆਂ ਸੀ ਉਸ ਚੀਜ਼ ਨਾਲ। ਔਰ ਜਿਹੜੀਆਂ ਉਨੀਆਂ ਮੁਸ਼ਕਿਲਾਂ 'ਚ ਉਸ ਮਤਲਬ ਪਗਡੰਡੀਆਂ ਨੂੰ ਪੜ੍ਹਦੀਆਂ ਸੀ ਤਾਂ ਉਹਨਾਂ ਨੇ ਵੀ ਤਾਂ ਆਪਣੀਆਂ ਜ਼ਿੰਦਗੀ 'ਚ ਉਹਨਾਂ ਚੀਜ਼ਾਂ ਨਾਲ ਟੈਕਲ ਕਰਨਾ ਸਿੱਖਿਆ ਹੋਊਗਾ, ਹੈ ਨਾ। ਤੇ ਬਹੁਤ ਸੱਚੀ ਬਹੁਤ ਸੋਹਣਾ ਤਜਰਬਾ ਹੈ। ਜੇ ਤੁਸੀਂ ਕਹੋ ਕਿ ਮੈਂ ਸਾਰਾ ਕੁਛ ਮਤਲਬ ਇਹਨਾਂ 'ਚ ਆਪਾਂ YouTube ਤੋਂ ਸਿੱਖਾਂਗੇ, ਇੱਥੋਂ ਸਿੱਖਾਂਗੇ, ਜ਼ਿੰਦਗੀ ਦਾ ਸਭ ਤੋਂ ਸੋਹਣਾ ਸਬਕ ਆ ਜਿਹੜਾ ਉਹ ਕਿਤਾਬ 'ਚ ਪਿਆ। ਨਾਲੇ ਦੀ ਤੁਹਾਡੇ ਲਈ ਇੱਕ ਫ੍ਰੀ ਦੀ ਪ੍ਰੈਕਟਿਸ ਆ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ 'ਚ ਥੋੜ੍ਹਾ ਸਬਰ ਘੱਟ ਆ, ਤੁਸੀਂ ਐਂਸ਼ੀਅਸ ਹੋ ਜਾਂਦੇ ਹੋ, ਤੁਹਾਡੇ 'ਚ ਐਂਗਜ਼ਾਇਟੀ ਆ, ਜਾਂ ਤੁਸੀਂ ਕਹਿੰਦੇ ਤੁਹਾਡੇ 'ਚ ਪੇਸ਼ੈਂਸ ਘੱਟ ਆ, ਟੋਲਰੈਂਸ ਘੱਟ ਆ, ਹੈ ਨਾ, ਉਹ ਸਾਰੇ ਚੀਜ਼ਾਂ ਦੀ ਇੱਕ ਪ੍ਰੈਕਟਿਸ ਆ। ਜ਼ਰੂਰੀ ਨਹੀਂ ਕਿਤਾਬ, ਜਿਵੇਂ ਮੈਂ ਕਿਹਾ ਕਿ ਤੁਸੀਂ ਰੋਜ਼ਾਨਾ ਪਾਠ ਵੀ ਕਰ ਸਕਦੇ ਹੋ, ਗਾਂ ਪਾਠ ਦੀ ਵਿਆਖਿਆ, ਉਹਨੂੰ ਹੋਰ ਸਮਝਣ ਦੇ ਲਈ ਤੁਸੀਂ ਉਹਦੀ ਵਿਆਖਿਆ ਵੀ ਪੜ੍ਹ ਸਕਦੇ ਹੋ। ਫਿਰ ਤੁਸੀਂ ਅਖਬਾਰਾਂ ਦੇ ਆਰਟੀਕਲਸ, ਸੰਪਾਦਕੀਆਂ ਵੀ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇੱਕ ਛੋਟੀ ਜਿਹੀ ਲਾਇਬ੍ਰੇਰੀ ਆਪਣੇ ਘਰੇ ਬਣਾ ਕੇ ਰੋਜ਼ਾਨਾ ਇੱਕ ਕਿਤਾਬ ਵੀ ਸ਼ੁਰੂ ਕਰ ਲਓ। ਭਾਵੇਂ ਤੁਸੀਂ 2-2 ਵਰ੍ਹ ਕੇ ਪੜ੍ਹੋ, ਪਰ ਹੌਲੀ ਹੌਲੀ ਜਿਵੇਂ ਤੁਹਾਡੀ ਦਿਲਚਸਪੀ ਵੱਧਦੀ ਜਾਂਦੀ ਹੈ ਤਾਂ ਤੁਹਾਡੀ ਸਿਟਿੰਗ ਵੀ ਵੱਧਦੀ ਜਾਂਦੀ ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਲਗਾਤਾਰ ਜਦੋਂ ਬੈਠ ਕੇ ਇੱਕ ਕਿਤਾਬ ਪੜ੍ਹਦੇ ਹੋ, ਕਈ ਘੰਟੇ ਤੁਸੀਂ ਜਾਂ 1 ਘੰਟਾ, ਅੱਧਾ ਘੰਟਾ, ਜਿੰਨਾ ਵੀ ਟਾਈਮ ਤੁਸੀਂ ਦਿੰਦੇ ਹੋ, ਬਿਨਾਂ ਕੁਛ ਕੀਤਿਆਂ, ਬਿਨਾਂ ਫੋਨ ਦੇਖਿਆਂ, ਬਿਨਾਂ ਪਾਣੀ ਪੀਤਿਆਂ, ਹੈ ਨਾ, ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਉਹ ਤੁਹਾਡੀ ਇੱਕ ਮਾਨਸਿਕ ਸਿਹਤ ਦੇ ਲਈ ਵੀ ਬਹੁਤ ਵਧੀਆ ਪ੍ਰੈਕਟਿਸ ਆ। ਅਤੇ ਵੈਸੇ ਵੀ ਪੜ੍ਹਨਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇੱਕ ਚੰਗੀ ਆਦਤ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਲੱਗਦਾ ਇਹਦੇ ਨਾਲੋਂ ਬੈਟਰ ਹੋਰ ਕੋਈ ਆਦਤ ਨਹੀਂ ਹੋ ਸਕਦੀ। ਅਤੇ ਜ਼ਰੂਰੀ ਨਹੀਂ ਵੀ ਕਿਤਾਬਾਂ ਸਿਆਣੇ ਹੋਣ ਲਈ ਵੀ ਪੜ੍ਹੀਆਂ ਜਾਣੀਆਂ ਚਾਹੀਦੀਆਂ ਨੇ, ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ, ਹੋਰ ਬੜੀਆਂ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਹੁੰਦੀ ਆ ਜੇ ਤੁਸੀਂ ਬੈਠ ਕੇ ਕੋਈ ਕਿਤਾਬ ਪੜ੍ਹਦੇ ਹੋ, ਹੈ ਨਾ। ਬਿਲਕੁਲ। ਔਰ ਇੱਕ ਚੀਜ਼ ਹੈ ਗੁਰਦੀਪ, ਜਿਵੇਂ ਆਪਾਂ ਨਾ ਲਾਈਫ 'ਚ ਇੱਕ ਸ਼ਾਰਟਕੱਟ ਭਾਲਦੇ ਹਾਂ ਨਾ, ਆਪਾਂ ਨੂੰ ਹੁੰਦਾ ਕਿ ਮੈਂ ਬਹੁਤ ਛੇਤੀ ਅਮੀਰ ਹੋ ਜਾਵਾਂ, ਬਹੁਤ ਛੇਤੀ ਮੇਰੀ ਪਹੁੰਚ 'ਚ ਸਾਰੀਆਂ ਚੀਜ਼ਾਂ ਆ ਜਾਣ, ਹੈ ਨਾ। ਤਾਂ ਇਹ ਬਹੁਤ ਸਾਰੀਆਂ ਕਿਤਾਬਾਂ ਇਹ ਨੇ ਵੀ ਜਿਹੜੀਆਂ ਤੁਹਾਨੂੰ ਦੱਸਦੀਆਂ ਨੇ ਵੀ ਬੰਦਾ ਜ਼ੀਰੋ ਤੋਂ ਹੀਰੋ ਕਿਵੇਂ ਬਣਦਾ, ਹੈ ਨਾ। ਜਿਵੇਂ ਤੁਸੀਂ ਆਪਾਂ ਸਰਦਾਰਾ ਸਿੰਘ ਜੌਲ ਹੋਣਾ ਦੀ ਜਿਹੜੀ ਸਵੈ ਜੀਵਨੀ ਆ ਰੰਗਾਂ ਦੀ ਗਾਗਰ, ਜਦੋਂ ਤੁਸੀਂ ਉਹ ਪੜ੍ਹਦੇ ਹੋ ਨਾ, ਮਤਲਬ ਤੁਹਾਨੂੰ ਪਤਾ ਲੱਗਦਾ ਵੀ ਪੈਦਲ ਤੋਂ ਜਹਾਜ਼ ਤੱਕ ਦਾ ਸਫ਼ਰ ਕਿਵੇਂ ਹੁੰਦਾ, ਹੈ ਨਾ। ਅਤੇ ਇੱਕ ਕਿਤਾਬ ਜਿਵੇਂ ਆ ਸੁਰਮੇ ਵਾਲੀ ਅੱਖ ਬਲਵੰਤ ਗਾਰਗੀ ਉਹਨਾਂ ਦੀ, ਹੈ ਨਾ, ਕਿੰਨੇ ਲੇਖਕਾਂ ਬਾਰੇ ਉਹ ਮਤਲਬ ਸਾਰੀਆਂ ਰੌਚਕ ਗੱਲਾਂ ਨੇ ਜਿਹੜੀਆਂ ਤੁਸੀਂ ਮਤਲਬ ਆਪਾਂ ਕਹਿੰਦੇ ਨੇ ਕਦੀ ਕਿਸੇ ਤੋਂ ਸੁਣੀਆਂ, ਕਦੀ ਕਿਸੇ ਤੋਂ ਸੁਣੀਆਂ, ਉਹਨਾਂ ਨੇ ਉਹਨਾਂ ਨਾਲ ਸਮਾਂ ਬਿਤਾਇਆ, ਉਹਨਾਂ ਬਾਰੇ ਗੱਲਾਂ ਕਰਦੇ ਨੇ। ਔਰ ਸਭ ਤੋਂ ਮੈਨੂੰ ਉਸ ਕਿਤਾਬ 'ਚ ਖੂਬਸੂਰਤ ਚੀਜ਼ ਇਹ ਲੱਗਦੀ ਹੈ ਕਿ ਲੋਕ ਸਮਝ ਲੈਂਦੇ ਆ ਕਿ ਲੇਖਕ ਨੂੰ ਨਾ ਜ਼ਿੰਦਗੀ 'ਚ ਮਤਲਬ ਲੇਖਕ ਕਦੀ ਗਲਤੀ ਨਹੀਂ ਕਰ ਸਕਦਾ, ਹੈ ਨਾ। ਆਪਾਂ ਕੋਈ ਅਦਾਕਾਰ ਆ, ਆਪਾਂ ਕਹਿੰਦੇ ਉਹਨੂੰ ਗਲਤੀ ਨਹੀਂ ਕਰਨੀ ਚਾਹੀਦੀ, ਉਹ ਮਤਲਬ ਇੱਕ ਪਾਪੂਲਰ ਪਰਸਨੈਲਿਟੀ ਆ। ਮੈਨੂੰ ਲੱਗਦਾ ਕਿ ਸੁਰਮੇ ਵਾਲੀ ਅੱਖ ਕਿਤਾਬ ਆ ਨਾ ਜਿਹੜੀ, ਉਹ ਤੁਹਾਨੂੰ ਦੱਸਦੀ ਆ ਕਿ ਉਹ ਮਤਲਬ ਆਮ ਬੰਦੇ ਨੇ, ਉਹਨਾਂ ਨੂੰ ਆਮ ਤਰ੍ਹਾਂ ਹੀ ਲਓ। ਲਿਖਣਾ ਉਹਨਾਂ ਦੀ ਇੱਕ ਐਕਸਟਰਾ ਸੈਂਸ ਆ, ਉਹਨਾਂ ਦੀ ਕੁਆਲਿਟੀ ਆ, ਅਤੇ ਉਹਨਾਂ ਦੀਆਂ ਕਿੰਨੀਆਂ ਕਮੀਆਂ ਨੂੰ ਉਹ ਉਜਾਗਰ ਕਰਦੇ ਨੇ, ਹੈ ਨਾ। ਅਤੇ ਅਜੀਤ ਕੌਰ ਉਹਨਾਂ ਦੀਆਂ ਕਿਤਾਬਾਂ ਨੂੰ ਬਹੁਤ ਜ਼ਿਆਦਾ ਮਤਲਬ ਲੋਕ ਪੜ੍ਹਨਾ ਪਸੰਦ ਨਹੀਂ ਕਰਦੇ ਹੈਗੇ, ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹ ਸਮਾਜ ਤੋਂ ਬਾਹਰ ਜਾ ਕੇ ਲਿਖ ਰਹੇ ਸੀਗੇ। ਮੈਨੂੰ ਖੁਦ ਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਕਈ ਵਾਰੀ ਸਮਾਜ ਤੋਂ ਬਾਹਰ ਨਿਕਲ ਜਾਂਦੇ ਹਾਂ, ਪਰ ਫਿਰ ਵੀ ਉਹ ਕਿਤਾਬਾਂ ਤੁਹਾਨੂੰ ਔਰਤ ਦਾ ਦੂਜਾ ਪਾਸਾ ਸਮਝਾਉਂਦੀਆਂ ਨੇ ਕਿ ਮਤਲਬ ਕਿੰਨਾ ਵਿਸ਼ਿਆਂ ਦੇ ਉੱਪਰ ਗੱਲਬਾਤ ਹੋ ਜਾਣੀ ਚਾਹੀਦੀ ਹੈ। ਬਿਲਕੁਲ। ਜਿਵੇਂ ਮੈਂ ਰੀਸੈਂਟਲੀ ਬਲਵਿੰਦਰ ਸਿੰਘ ਗਰੇਵਾਲ ਉਹਨਾਂ ਨੂੰ ਇੰਟਰਵਿਊ ਜਦੋਂ ਕਰਨਾ ਸੀ, ਮੈਂ ਇਸ ਤੋਂ ਪਹਿਲਾਂ ਉਹਨਾਂ ਨੂੰ ਕਦੇ ਨਹੀਂ ਸੀ ਪੜ੍ਹਿਆ। ਜਦੋਂ ਮੈਂ ਉਹਨਾਂ ਦੀ ਕਿਤਾਬਾਂ ਪੜ੍ਹੀਆਂ ਤਾਂ ਮੈਨੂੰ ਲੱਗਿਆ ਵੀ ਇਹ ਮਤਲਬ ਇਹਨਾਂ ਦੀ ਲਿਖਣ ਸ਼ੈਲੀ ਬਿਲਕੁਲ ਹੀ ਅਲੱਗ ਆ। ਉਹ ਜਿਵੇਂ ਆਪਾਂ ਬੋਲਦੇ ਹਾਂ, ਜਿਵੇਂ ਅਸੀਂ ਮਾਲਵੇ ਸਾਡੇ ਲੁਧਿਆਣੇ ਵੱਲੀ ਅਸੀਂ ਹੈਗਾ ਗਾ ਬਹੁਤ ਕਹਿੰਦੇ ਹਾਂ, ਸੀ ਵਾਹ ਬਹੁਤ ਕਹਿੰਦੇ ਹਾਂ ਨਾ, ਤਾਂ ਉਹਨਾਂ ਨੇ ਜੋ ਲਿਖਿਆ ਹੋਇਆ ਸੀਗਾ ਉਵੇਂ ਜਿੰਨੀ ਕੁ ਮੇਰੀ ਸਮਝ ਆ, ਮੈਨੂੰ ਲੱਗਿਆ ਵੀ ਜਿੰਨੀਆਂ ਮੈਂ ਹੁਣ ਤੱਕ ਕਿਤਾਬਾਂ ਪੜ੍ਹੀਆਂ ਵੀ ਇਹਨਾਂ ਦੇ ਲਿਖਣ ਦਾ ਢੰਗ ਉਹਨਾਂ ਸਾਰਿਆਂ ਨਾਲੋਂ ਹੀ ਅਲੱਗ ਸੀ। ਅਤੇ ਮੈਨੂੰ ਪਹਿਲੀ ਵਾਰੀ ਐਂ ਲੱਗਿਆ ਵੀ ਮੈਂ ਆਪਦੀ ਬੋਲੀ 'ਚ ਕੋਈ ਕਿਤਾਬ ਪੜ੍ਹ ਰਹੀ ਹਾਂ, ਹੈ ਨਾ। ਅਤੇ ਦੂਸਰੀ ਗੱਲ ਇਹ ਹੁੰਦੀ ਹੈ ਵੀ ਜਿਵੇਂ ਕਈ ਵਾਰੀ ਇਹ ਹੁੰਦਾ ਕਿ ਜਿਵੇਂ ਤੁਸੀਂ ਹੁਣ ਰੋਜ਼ ਹੋ ਨਾ, ਤੁਹਾਨੂੰ ਵੀ ਤਾਂ ਕ੍ਰੀਏਟਿਵ ਬਲੋਕੇਜ ਆਉਂਦੀ ਆ, ਹੈ ਨਾ।
ਤਾਂ ਉੱਥੇ ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ, ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਸ਼ਬਦਾਵਲੀ ਬਹੁਤ ਜ਼ਿਆਦਾ ਅਮੀਰ ਹੁੰਦੀ ਆ ਉਹਦੇ ਨਾਲ। ਕਈ ਵਾਰੀ ਨਾ ਕੋਈ ਗੱਲ ਤੁਹਾਡੇ ਦਿਮਾਗ 'ਚ ਹੁੰਦੀ ਆ ਪਰ ਤੁਸੀਂ ਉਹਨੂੰ ਓਨੀ ਖੂਬਸੂਰਤੀ ਦੇ ਨਾਲ ਕਹਿ ਨਹੀਂ ਪਾਉਂਦੇ, ਬਿਆਨ ਨਹੀਂ ਕਰ ਪਾਉਂਦੇ। ਕਿਤਾਬਾਂ ਤੁਹਾਨੂੰ ਉਹ ਵੀ ਚੀਜ਼ ਦਿੰਦੀਆਂ ਨੇ ਵੀ ਤੁਸੀਂ ਆਪਣੀ ਗੱਲ ਨੂੰ ਵਧੀਆ ਢੰਗ ਨਾਲ ਕਿਵੇਂ ਪੇਸ਼ ਕਰ ਸਕਦੇ ਹੋ। ਤੁਹਾਡੀ ਸ਼ਬਦਾਵਲੀ, ਜਾਂ ਕਈ ਵਾਰੀ ਕੋਈ ਸ਼ਬਦ ਇੱਦਾਂ ਦੇ ਹੁੰਦੇ ਨੇ ਕਿ ਜਿਹੜੇ ਕਿ ਤੁਹਾਨੂੰ ਪਤਾ ਵੀ ਇਹ ਸ਼ਬਦ ਹੁੰਦਾ ਪਰ ਉਹ ਕਿਤੇ ਨਾ ਕਿਤੇ ਤੁਹਾਨੂੰ ਭੁੱਲ ਭੁਲਾਇਆ ਹੁੰਦਾ, ਹੈ ਨਾ, ਵੀ ਪਿੱਛੇ ਕਿਤੇ ਦਿਮਾਗ 'ਚ ਪਿਆ ਹੁੰਦਾ, ਅਤੇ ਉਹ ਕਿਤਾਬ ਤੁਹਾਨੂੰ ਮੂਹਰੇ ਲੈ ਕੇ ਖੜਾ ਕਰ ਦਿੰਦੀ ਆ। ਵੀ ਮੇਰੇ ਨਾਲ ਤਾਂ ਬਹੁਤ ਵਾਰ ਇੱਦਾਂ ਦਾ ਹੁੰਦਾ ਵੀ ਕਈ ਵਾਰ ਨਾ ਮੇਰੇ ਕੋਲ ਗੱਲ ਕਹਿਣ ਦੇ ਲਈ ਸ਼ਬਦ ਹੀ ਨਹੀਂ ਹੁੰਦੇ, ਮੁੱਕ ਜਾਂਦੇ ਨੇਗੇ, ਹੈ ਨਾ। ਫਿਰ ਮੈਨੂੰ ਐਂ ਲੱਗਦਾ ਹੁੰਦਾ ਵੀ ਹੁਣ ਮੈਨੂੰ ਪੜ੍ਹਨ ਦੀ ਜ਼ਰੂਰਤ ਆ, ਹੈ ਨਾ। ਇਹ ਨਹੀਂ ਹੈਗਾ ਕਿ ਮਤਲਬ ਵੀ ਤੁਸੀਂ ਨਲਾਇਕ ਹੋ ਜਾਂਦੇ ਹੋ ਜਾਂ ਤੁਸੀਂ ਉਦੋਂ ਹੀ ਸਾਰਾ ਕੁਝ ਸਿੱਖ ਸਕਦੇ ਹੋ ਜਦੋਂ ਤੁਸੀਂ ਕਿਤਾਬਾਂ ਪੜ੍ਹਦੇ ਹੋ। ਪਰ ਇਹ ਆ ਵੀ ਕਿਤਾਬਾਂ ਕਈ ਵਾਰ ਤੁਹਾਨੂੰ ਨਾ ਰੀਫਰੈਸ਼ ਕਰ ਦਿੰਦੀਆਂ ਨੇ, ਜਾਂ ਤੁਹਾਡੀ ਮੈਮਰੀ ਨੂੰ, ਤੁਹਾਡੀ ਵੋਕੈਬਲਰੀ ਨੂੰ, ਤੁਹਾਡੇ ਸੈਂਟੈਂਸਾਂ ਨੂੰ, ਹੈ ਨਾ। ਤਾਂ ਮੈਨੂੰ ਲੱਗਦਾ ਕਿ ਉਸ ਚੀਜ਼ ਦੇ ਲਈ ਵੀ ਬਹੁਤ ਹੈਲਪਫੁਲ ਹੁੰਦੀਆਂ ਨੇ। ਤੁਹਾਨੂੰ ਮੈਨੂੰ ਲੱਗਦਾ ਦੂਜੇ ਖਿੱਤਿਆਂ ਦੀ ਜਾਣਕਾਰੀ ਕਿੰਨੀ ਮਿਲਦੀ ਹੈ ਨਾ। ਜਿਵੇਂ ਮੈਂ ਕੱਲ ਕਿਸੇ ਆਪਣੇ ਨਾਲ ਪੜ੍ਹੇ ਹੋਏ ਮਤਲਬ ਮੁੰਡੇ ਨਾਲ ਗੱਲ ਕਰ ਰਹੀ ਸੀ, ਤਾਂ ਉਹਨੂੰ ਮੈਂ ਦੱਸਣ ਲੱਗ ਗਈ ਵੀ ਇੱਦਾਂ ਸਾਡੇ ਉੱਥੇ ਇੱਕ ਮਨਜੀਤ ਰਾਜਪੁਰਾ ਭਾਜੀ ਨੇ, ਉਹ ਪੁਆਧ 'ਤੇ ਪ੍ਰੋਗਰਾਮ ਕਰਦੇ ਨੇ। ਤਾਂ ਉਹਨੇ ਮੈਨੂੰ ਕਿਹਾ ਕਿ ਪੁਆਧ ਕੀ ਆ, ਮਤਲਬ ਉਹਨੂੰ ਉਹਦੇ ਲਈ ਇਹ ਕੁਐਸਚਨ ਸੀਗਾ, ਹੈ ਨਾ। ਅਤੇ ਮੈਂ ਉਹਨੂੰ ਕਿਹਾ ਕਿ ਪੁਆਧ ਬਿਲਕੁਲ ਇੱਦਾਂ ਜਿਵੇਂ ਆਪਾਂ ਮਾਝਾ ਮਾਲਵਾ ਬੋਲੀ ਆਪਣੀ, ਹੈ ਨਾ, ਅਤੇ ਉੱਦਾਂ ਹੀ ਪੁਆਧ ਆ। ਉਹ ਕਹਿੰਦਾ ਵੀ ਮੈਂ ਤਾਂ ਕਦੀ ਸੁਣੀ ਹੋਈ ਨਹੀਂ ਪੁਆਧੀ। ਮੈਂ ਉਹਨੂੰ ਕਿਹਾ, ਫਿਰ ਮੈਂ ਉਹਨਾਂ ਦੀ ਕਿਤਾਬ ਦਾ ਨਾਂ ਦੱਸਿਆ ਕਿ ਤੂੰ ਉਹਦੇ 'ਚ ਪੜ੍ਹ, ਉਹਨਾਂ ਨੇ ਬਿਲਕੁਲ ਪੁਆਧੀ 'ਚ ਲਿਖੀ ਹੋਈ ਆ ਕਿਤਾਬ। ਤਾਂ ਇੱਦਾਂ ਹੀ ਜਦੋਂ ਦਲੀਪ ਕੌਰ ਟਿਵਾਣਾ ਉਹਨਾਂ ਨੂੰ ਤੁਸੀਂ ਪੜ੍ਹਦੇ ਹੋ ਤਾਂ ਉਹ ਆਪਾਂ ਜਿਵੇਂ ਵੀਰਾ ਕਹਿੰਦੇ ਆ ਵਾਵੇ ਨਾਲ, ਹੈ ਨਾ, ਉਹ ਹਮੇਸ਼ਾ ਵੀਰਾ ਬੋਲਦੇ ਨੇ, ਜਿਵੇਂ ਮਾਲਵੇ 'ਚ ਬੋਲਦੇ ਆ। ਤਾਂ ਹਮੇਸ਼ਾ ਹਰੇਕ ਕਿਤਾਬ 'ਚ ਵੀਰਾ ਹੀ ਲਿਖਦੇ ਆ। ਅਤੇ ਕਿੰਨੀਆਂ ਬੰਦਾ ਤਾਂ ਤੁਸੀਂ ਬੋਲੀਆਂ ਨਾਲ ਆਪਣੇ ਆਪ ਨੂੰ ਜੋੜਦੇ ਹੋ ਕਿ ਕਿਹੜੇ ਢਾਂਚੇ 'ਚ ਮਤਲਬ ਕਿੱਦਾਂ ਬੋਲਿਆ ਜਾਂਦਾ, ਕਿੱਥੇ ਕਿਹੜੀ ਬੋਲੀ ਬੋਲੀ ਜਾਂਦੀ ਆ। ਅਤੇ ਇੱਕ ਕਿਤਾਬ ਗੁਰਦੀਪ ਮਤਲਬ ਜੇ ਇਸ ਕਿਤਾਬ ਦਾ ਆਪਾਂ ਜ਼ਿਕਰ ਨਾ ਕਰੀਏ, ਹੈ ਨਾ, ਤਾਂ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਅਧੂਰੀਆਂ ਰਹਿ ਜਾਂਦੀਆਂ ਨੇ। ਜਿਵੇਂ ਬਣਜਾਰਾ ਬੇਦੀ ਹੁਣਾਂ ਦੀਆਂ ਕਿਤਾਬਾਂ ਨੇ, ਹੈ ਨਾ, ਅਤੇ ਉਹਨਾਂ ਦੀਆਂ ਆਪਾਂ ਜਿਹੜੀਆਂ ਲੋਕ ਕਹਾਣੀਆਂ ਪੜ੍ਹਦੇ ਹੁੰਦੇ ਹਾਂ, ਉਹ ਕਹਾਣੀਆਂ ਨੇ ਜਿਹੜੀਆਂ ਆਪਾਂ ਮਤਲਬ ਛੋਟੇ ਹੁੰਦੇ ਸੁਣਦੇ ਹੁੰਦੇ ਸੀਗੇ। ਅਤੇ ਅੱਜ ਜਦੋਂ ਤੁਸੀਂ ਕਿਸੇ ਨਿਆਣੇ ਨੂੰ ਸੁਣਾਉਣ ਲੱਗਦੇ ਹੋ ਤੁਹਾਨੂੰ ਨਹੀਂ ਆਉਂਦੀਆਂ। ਪਰ ਜਦੋਂ ਆਪਣੇ ਹੁਣ ਸਟੂਡੀਓ ਜਿਵੇਂ ਇਹ ਕਿਤਾਬਾਂ ਪੜ੍ਹੀਆਂ, ਉਹਨਾਂ 'ਚੋਂ ਕਿਤਾਬ ਆਈ ਤਾਂ ਮੈਨੂੰ ਯਾਦ ਹੈ ਕਿ ਇਹ ਕਿਤਾਬ ਤਾਂ ਮੈਂ 12ਵੀਂ 'ਚ ਪੜ੍ਹੀ ਹੋਈ ਸੀ, ਹੈ ਨਾ। ਤਾਂ ਕਿੰਨੀਆਂ ਕਹਾਣੀਆਂ ਤੁਹਾਨੂੰ ਮੁੜ ਤੋਂ ਯਾਦ ਆਈਆਂ, ਅਤੇ ਉਹ ਕਹਾਣੀਆਂ ਮੈਂ ਇਕੱਲੀਆਂ ਕਰਕੇ ਮਤਲਬ ਪੂਰੇ 2 ਮਹੀਨਿਆਂ 'ਚ ਆਪਦੇ ਨਿਆਣਿਆਂ ਨੂੰ ਸੁਣਾਈਆਂ, ਹੈ ਨਾ। ਅਤੇ ਇੱਕ ਕਿਤਾਬ ਮੈਨੂੰ ਨਿਰਮਲ ਜੌੜਾ ਸਰ ਨੇ ਮਤਲਬ ਭੇਜੀ ਤੋਹਫੇ ਦੇ ਰੂਪ 'ਚ, ਅਤੇ ਉਹ ਸੀਗੀ ਬਾਬਾ ਬੰਦਾ ਸਿੰਘ ਬਹਾਦਰ ਹੋਣਾ 'ਤੇ। ਅਤੇ ਕਿੰਨੀਆਂ ਗੱਲਾਂ ਤੁਸੀਂ ਉਹਨਾਂ ਬਾਰੇ ਸੁਣੀਆਂ ਹੋਣਗੀਆਂ, ਪਰ ਜਦੋਂ ਤੁਸੀਂ ਉਸ ਕਿਤਾਬ ਨੂੰ ਪੜ੍ਹਦੇ ਹੋ, ਉਹਨਾਂ ਦਾ ਇੱਕ ਦ੍ਰਿਸ਼ ਆ ਜਿਹਦੇ 'ਚੋਂ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਹੈ ਨਾ, ਮਤਲਬ ਤੁਹਾਡੇ ਸੱਚੀ ਲੂੰ ਕੰਡੇ ਖੜ੍ਹੇ ਹੁੰਦੇ ਆ। ਅਤੇ ਕਿੰਨਾ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ, ਆਪਣੀ ਕੌਮ ਨਾਲ ਜੁੜਦੇ ਹੋ। ਮੈਨੂੰ ਲੱਗਦਾ ਕਿ ਸਭ ਤੋਂ ਸੋਹਣਾ ਜ਼ਰੀਆ ਕਿਸੇ ਨੂੰ ਕਿਤੋਂ ਸੁਣਨ ਨਾਲੋਂ, ਕਿਤੋਂ ਦੇਖਣ ਨਾਲੋਂ, ਕਿ ਜਦੋਂ ਤੁਸੀਂ ਕਿਤਾਬ ਪੜ੍ਹ ਰਹੇ ਹੋ ਅਤੇ ਜੋ ਤੁਸੀਂ ਮਹਿਸੂਸ ਕਰਦੇ ਹੋ ਸਿਰਫ ਤੁਸੀਂ ਕਰ ਸਕਦੇ। ਜਿਵੇਂ ਨਾ ਸਾਨੂੰ ਸਿਖਾਇਆ ਜਾਂਦਾ ਸੀ ਵੀ ਜਿਹੜਾ ਪ੍ਰਿੰਟ ਮੀਡੀਆ ਜਾਂ ਫਿਰ ਜੋ ਇਲੈਕਟ੍ਰੋਨਿਕ ਮੀਡੀਆ 'ਚੋਂ ਜਿਹੜਾ ਰੇਡੀਓ ਆ, ਹੈ ਨਾ, ਉਹ ਜਿਵੇਂ ਤੁਸੀਂ ਕਿਹਾ ਕਿ ਇਮੈਜਿਨ ਕਰਨਾ, ਉਹ ਤੁਹਾਡੀ ਸੋਚਣ ਦੀ ਸ਼ਕਤੀ ਨੂੰ ਵੀ ਵਧਾਉਂਦਾ ਹੈ। ਜਦੋਂ ਤੁਸੀਂ ਕੋਈ ਲਿਖੀ ਹੋਈ ਚੀਜ਼ ਪੜ੍ਹਦੇ ਹੋ ਤਾਂ ਤੁਹਾਡੇ ਦਿਮਾਗ 'ਚ ਦ੍ਰਿਸ਼ ਉੱਕਰੇ ਆਉਂਦੇ ਨੇਗੇ, ਹੈ ਨਾ। ਤਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਅੱਜ ਕੱਲ੍ਹ ਦਿਮਾਗ ਮਤਲਬ ਸੋਚਦੇ ਨਹੀਂ, ਜਾਂ ਆਪਾਂ ਉਨੇ ਮਤਲਬ ਇੰਟਲੈਕਚੁਅਲ ਨਹੀਂ ਹੈਗੇ, ਜਾਂ ਆਪਣੀ ਸੋਚਣ ਦੀ ਸ਼ਕਤੀ ਉਨੀ ਨਹੀਂ। ਤਾਂ ਇਹ ਵੀ ਇੱਕ ਪ੍ਰੈਕਟਿਸ ਆ ਵੀ ਤੁਹਾਡੀ ਇਮੈਜੀਨੇਸ਼ਨ ਨੂੰ ਪੜ੍ਹਨਾ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦਾ ਹੈ, ਕਿਉਂਕਿ ਤੁਸੀਂ ਜੋ ਪੜ੍ਹਦੇ ਹੋ ਫਿਰ ਤੁਸੀਂ ਸੋਚਦੇ ਹੋ, ਹੈ ਨਾ, ਆਪਣੇ ਮਨ 'ਚ ਉਹਦੇ ਦ੍ਰਿਸ਼ ਬਣਦੇ ਨੇਗੇ। ਤਾਂ ਇੱਕ ਉਹ ਵੀ ਬਹੁਤ ਵੱਡੀ ਚੀਜ਼ ਆ ਇਹ। ਕਈ ਮੁੱਦਿਆਂ 'ਤੇ ਗੁਰਦੀਪ ਇੰਨੀਆਂ ਸੋਹਣੀਆਂ ਕਹਾਣੀਆਂ ਜਾਂ ਕਿਤਾਬਾਂ ਲਿਖੀਆਂ ਹੋਈਆਂ ਨੇ ਵੀ ਤੁਹਾਨੂੰ ਹੁਣ ਪਤਾ ਲੱਗਦਾ ਉਹਨਾਂ ਮੁੱਦਿਆਂ ਦੀ ਸਮਝ, ਹੈ ਨਾ। ਜਿਵੇਂ ਬਲਦੇਵ ਸਿੰਘ ਧਾਲੀਵਾਲ ਹੁਣਾਂ ਦੀ ਇੱਕ ਕਹਾਣੀ ਆ ਆਪਣੇ ਕਾਰਗਿਲ, ਜਿਹੜੇ ਪੰਜਾਬ 'ਚ ਆਪਣੇ ਮਤਲਬ ਮੁੰਡੇ ਕਰਜ਼ਿਆਂ ਨਾਲ ਮਰਦੇ ਨੇ ਨਾ, ਉਹ ਇੰਨੀ ਖੂਬਸੂਰਤ ਕਹਾਣੀਆਂ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਕਰਜ਼ਾ ਕਿਉਂ ਨਹੀਂ ਲੈਣਾ ਚਾਹੀਦਾ। ਇੱਕ ਕਿਤਾਬ ਛੋਟੀ ਜਿਹੀ ਆਪਾਂ ਮਤਲਬ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਜਿਵੇਂ ਮੈਂ ਰੀਸੈਂਟ ਪੜ੍ਹੀ ਸੀ ਗੁਲਜ਼ਾਰ ਸਿੰਘ ਸੰਧੂ ਹੁਣਾਂ ਦੀ ਗੋਰੀ ਹਿਰਨੀ, ਉਹ ਦੱਸਦੀ ਹੈ ਕਿ ਜਿਹੜੇ ਸਾਡੇ ਲੋਕ ਅੱਗੇ ਜਰਮਨ 'ਚ ਜਾ ਕੇ ਜਰਮਨ ਗੋਰੀਆਂ ਨਾਲ ਵਿਆਹ ਕਰਾ ਲੈਂਦੇ ਸੀ, ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਤਲਾਕ ਦਿੰਦੇ ਸੀ, ਹੈ ਨਾ, ਵੀ ਇੱਧਰੋਂ ਘਰ ਵਾਲੀਆਂ ਨੂੰ ਸੱਦਣ ਲਈ, ਤਾਂ ਉਹਨਾਂ ਔਰਤਾਂ 'ਤੇ ਜਿਹੜੀਆਂ ਜਰਮਨ ਦੀਆਂ ਸੀ ਉਹਨਾਂ 'ਤੇ ਕੀ ਬੀਤਦੀ ਹੈ। ਮਤਲਬ ਮੈਨੂੰ ਲੱਗਦਾ ਕਿ ਬਹੁਤ ਸਾਰੇ ਮੁੱਦੇ ਨੇ ਜਿਹੜੇ ਤੁਹਾਨੂੰ ਉੱਥੇ ਐਕਸਪੀਰੀਅੰਸ ਕੀਤੇ ਬਿਨਾਂ ਸਮਝ ਆ ਜਾਂਦੇ, ਹੈ ਨਾ। ਤਾਂ ਸੋਹਣਾ ਤਜਰਬਾ ਹਰੇਕ ਦਾ, ਮੇਰਾ ਤਾਂ ਵਧੀਆ ਰਿਹਾ, ਪਰ ਮੈਨੂੰ ਲੱਗਦਾ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ। ਬਿਲਕੁਲ, ਹਰ ਇਨਸਾਨ ਦੇ ਵਿੱਚ ਪਾਠਕ ਦਾ ਛੋਟਾ ਜਿਹਾ ਪਾਰਟ ਜ਼ਰੂਰ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਇੱਕ ਵੈਸੇ ਵੀ ਚੰਗੀ ਆਦਤ ਆ, ਜੇ ਤੁਹਾਡੇ ਕੋਲ ਸਮਾਂ ਖਾਲੀ ਹੁੰਦਾ, ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਵੀਂ ਆਦਤ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਹ ਪੜ੍ਹਨ ਦੀ ਆਦਤ ਜ਼ਰੂਰ ਲੈ ਕੇ ਆਇਓ।
ਭਾਵੇਂ ਤੁਸੀਂ ਪੜ੍ਹੋ ਨਾ ਪੜ੍ਹੋ, ਪਰ ਫਿਰ ਵੀ ਤੁਹਾਡੇ ਘਰ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਹੈ ਕਿ ਛੋਟੀ ਜਿਹੀ ਲਾਇਬ੍ਰੇਰੀ, ਭਾਵੇਂ ਉਹ 10-20 ਕਿਤਾਬਾਂ ਦੀ ਹੋਈ ਹੋਵੇ, ਜ਼ਰੂਰ ਹੋਣੀ ਚਾਹੀਦੀ ਹੈ। ਜਦੋਂ ਤੁਹਾਡੇ ਨਿਆਣੇ ਵੀ ਜਾਂ ਤੁਸੀਂ ਵੀ ਜਦੋਂ ਆਪਣੇ ਘਰ 'ਚ ਕੋਈ ਨਾ ਕੋਈ ਚੀਜ਼ ਪਈ ਹੁੰਦੀ ਆ ਤਾਂ ਸਾਰ ਛਮਾਹੀ ਕਦੇ ਤਾਂ ਆਪਾਂ ਉਹਨੂੰ ਹੱਥ ਲਾਵਾਂਗੇ ਹੈ ਨਾ। ਸੋ ਬਹੁਤ ਚੰਗੀ ਆਦਤ ਹੁੰਦੀ ਆ ਪੜ੍ਹਨ ਲਿਖਣ ਦੀ ਵੀ। ਬਹੁਤ ਸਾਰੀਆਂ ਨਵੀਆਂ ਸਾਰੀਆਂ ਚੀਜ਼ਾਂ ਤੁਹਾਡੀ ਪਰਸਨੈਲਿਟੀ ਦੇ ਵਿੱਚ ਵੀ ਨਿਖਾਰ ਲੈ ਕੇ ਆਉਂਦੀਆਂ ਨੇ, ਤੁਹਾਡੀ ਸਹਿਣ ਸ਼ਕਤੀ, ਸੋਚਣ ਦੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਦੀਆਂ ਨੇ, ਤੁਹਾਡੇ ਗੱਲਬਾਤ ਕਰਨ ਦਾ ਤਰੀਕਾ ਬਦਲ ਜਾਂਦਾ। ਤੇ ਇਹ ਵੀ ਜ਼ਰੂਰੀ ਨਹੀਂ ਹੈਗਾ ਕਿ ਸਿਆਣਾ ਬੰਦਾ ਹੀ ਉਹ ਹੁੰਦਾ ਜਿਹੜਾ ਕਿਤਾਬਾਂ ਪੜ੍ਹਦਾ ਆ। ਸਿਰਫ ਆਪਾਂ ਗੱਲ ਕਰ ਰਹੇ ਸੀਗੇ ਵੀ ਅਗਰ ਤੁਸੀਂ ਪੜ੍ਹਨਾ ਚਾਹੋ ਜਾਂ ਇੱਕ ਜ਼ਿੰਦਗੀ 'ਚ ਨਵੀਂ ਆਦਤ ਤੁਸੀਂ ਲੈ ਕੇ ਆਉਣੀ ਚਾਹੁੰਦੇ ਹੋਵੋ ਤਾਂ ਤੁਸੀਂ ਕਿਤਾਬਾਂ ਪੜ੍ਹਨ ਦੀ ਜਾਂ ਵੈਸੇ ਕੁਝ ਵੀ ਪੜ੍ਹਨ ਦੀ ਲੈ ਕੇ ਆ ਸਕਦੇ ਹੋ। ਸੋ ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ। ਤੇ ਬੀ ਸੋਸ਼ਲ ਦੇ ਹਰ ਐਪੀਸੋਡ ਦੇ ਵਿੱਚ ਇੱਕ ਥੱਲੇ ਤੁਹਾਨੂੰ ਈਮੇਲ ਦਿਖਦੀ ਹੋਊਗੀ, besocialsales@gmail.com। ਸੇਲਸ ਦੇ ਵਿੱਚ SALESS ਹੈ। ਸੋ ਤੁਸੀਂ ਉਸ ਈਮੇਲ ਦੇ ਉੱਪਰ ਈਮੇਲ ਕਰਕੇ ਇਹ ਜਾਣਕਾਰੀ ਲੈ ਸਕਦੇ ਹੋ ਕਿ ਤੁਸੀਂ ਆਪਣੇ ਬਿਜ਼ਨਸ ਨੂੰ, ਤੁਸੀਂ ਆਪਣੇ ਬ੍ਰਾਂਡ ਨੂੰ ਬੀ ਸੋਸ਼ਲ 'ਤੇ ਕਿਵੇਂ ਪ੍ਰਮੋਟ ਕਰ ਸਕਦੇ ਹੋ। ਸੋ ਇਹਦੇ ਨਾਲ ਤੁਸੀਂ ਸਾਨੂੰ ਵੀ ਹੈਲਪ ਕਰੋਗੇ, ਸਾਨੂੰ ਸਹਿਯੋਗ ਦਿਓਗੇ ਵਿੱਤੀ ਤੌਰ ਦੇ ਉੱਪਰ, ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਸੇ ਵੀ ਇੱਕ ਅਦਾਰੇ ਨੂੰ ਚੱਲਦਾ ਰੱਖਣ ਦੇ ਲਈ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।